करता पुरख निरभौ निर्वैर अकाल मूरत अजूनी सैभं गुरु प्रसाद। पैंडी बंदिश मैं कोई ना दिठा, तू नानक मन भाना कोल कुम्हाई। तिस मित्र विचोले जय मिल कंत पछाना कोल कुम्हाई। तिस मित्र विचोले जय मिल कंत पछाना। सतनाम वाहिगुरु साहिब जियो। अहरो महला तीजा, जाको राखै अपनी शरणाई। साचे लागै साचा फल पाई। जाको राखै अपनी शरणाई। साचे लागै साचा फल पाई। रे जन कैस्यों करूं पुकारा। हुक्मे हुआ हुक्मे वरतारा। रहा यह आकार तेरा है तारा। खिनमह बिनसै करत न लागै बारा। कर प्रसाद एक खेल दिखाया। गुर कृपा ते परम पद पाया। कहत नानक मार जिवाले सोए। ऐसा बूझो परम ना भूलो कोय। कहत नानक मार जिवाले सोए। ऐसा बूझो परम ना भूलो कोय। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी, गुरु पातशाह जी की अजीम अपार बख्शिश। प्रभात समय असी सत्संगी बने हाँ। गुरु हजूरी नूं माणदे हाँ। गुरबाणी कीर्तन आसा की वार के रूप में स्रोत पाया। हुण समा गुरु शब्द व्याख्यान का है। राग भैरो दे बचन गुरु अमरदास महाराज जी द्वारा उचरित किया गया ये मुकामी संदेश सानू प्राप्त है। बचन आपने स्रोत पाया है। विचार हमेशा की तरह रहाव दे पदे तो प्रारंभ कर रहे हाँ। सब जिक्र करते ने रे जन कैस्यों करूं पुकारा। हुक्मे होवा हुक्मे वरतारा। रहाओ रे जन कैस्यों करूं पुकारा। गुरबाणी का जो ये संदेश है, जो ये अध्यात्म गुरु महाराज सानू समझा रहे ने, इदियां मल्टी डायमेंशनस ने। लेयर बाय लेयर ये महाराज सानू सोझी देंदे ने ते जीवन के हर पहलू हर पड़ाव विच देंदे ने। असी एज ए ह्यूमन बीइंग ख्वाहिशां चाहतां अपनियां जिन्होंने असीं डिज़ायर्स कहने विशिज कहने इन्हां विच जीने।
ਸਾਡੀਆਂ ਇੱਛਾਵਾਂ, ਸਾਡੀਆਂ ਖਾਹਿਸ਼ਾਂ ਇਹ ਸਾਨੂੰ ਲੀਡ ਕਰਦੀਆਂ ਨੇ, ਤੋਰਦੀਆਂ ਨੇ। ਬੰਦੇ ਕੋਲ ਖਾਹਿਸ਼ਾਂ ਨਾ ਹੋਣ, ਇੱਛਾਵਾਂ ਨਾ ਹੋਣ, ਯਕੀਨਨ ਤੌਰ 'ਤੇ ਉਹਦੇ ਜੀਵਨ ਦਾ ਕੋਈ ਮਕਸਦ, ਪਰਪਸ ਹੀ ਨਹੀਂ ਬਚੇਗਾ। ਅਸੀਂ ਦਿਨ ਚੜ੍ਹਦਾ ਆ, ਸਾਡੇ ਅਸੀਂ ਆਪਣੇ ਬਿਸਤਰੇ ਦਾ ਤਿਆਗ ਕਰਦੇ ਹਾਂ, ਘਰੋਂ ਤਿਆਰ ਹੋ ਕੇ ਬਾਹਰ ਨਿਕਲਦੇ ਹਾਂ। ਯਕੀਨਨ ਤੌਰ 'ਤੇ ਸਾਡੇ ਕੁਝ ਮਿਸ਼ਨ ਹੁੰਦੇ ਨੇ, ਕੰਮਕਾਰ ਹੁੰਦੇ ਨੇ, ਅਸੀਂ ਉਹਨਾਂ ਨੂੰ ਸਰਵ ਕਰਨਾ ਹੁੰਦਾ ਹੈ। ਉਹ ਜੀਵਨ ਵਿੱਚੋਂ ਮਨਫੀ ਕਰਦੇ ਹੋ, ਪਿੱਛੇ ਕੁਛ ਵੀ ਨਹੀਂ। ਕੁਝ ਕਾਰਜ ਜਿਵੇਂ ਕਹਿ ਲਈਏ ਕਿ ਇਨਸਟੈਂਟ ਬੈਨੀਫਿਟ ਵਾਲੇ ਨੇ, ਜਿਵੇਂ ਪਦਾਰਥਕ ਪ੍ਰਾਪਤੀ ਵਾਸਤੇ, ਮਟੀਰੀਅਲਿਸਟਿਕ ਅਚੀਵਮੈਂਟਸ ਵਾਸਤੇ। ਕੁਝ ਲੌਂਗ ਟਰਮ ਗੋਲ ਵਿੱਚ ਹੁੰਦੇ ਨੇ, ਇੰਸਟੈਂਟ ਤੇ ਕੋਈ ਜੀ ਪ੍ਰਾਪਤੀ ਨਹੀਂ ਹੈ, ਪਰ ਹਾਂ ਇੱਕ ਲਮੇਰੀ ਮਤਲਬ ਕੁਝ ਖਾਹਿਸ਼ ਉਹਦੇ 'ਚ ਮੌਜੂਦ ਆ। ਜਿਵੇਂ ਸਪੋਜ਼ ਇੰਸਟੈਂਟ ਖਾਹਿਸ਼ ਵਾਸਤੇ ਇਸ ਤਰ੍ਹਾਂ ਕਹਿ ਲਈਏ, ਮੈਂ ਸਵੇਰੇ ਉੱਠਿਆ, ਕੰਮ 'ਤੇ ਗਿਆ ਅਤੇ ਸ਼ਾਮ ਤੱਕ ਮੈਂ ਕੈਲਕੂਲੇਸ਼ਨ ਕਰ ਲਈ ਕਿ ਆਪਣਾ ਇੰਨੇ ਕੁ ਦਾ ਚੈੱਕ ਬਣ ਗਿਆ। ਠੀਕ ਹੈ, ਉਹ ਚੀਜ਼ ਮੈਨੂੰ ਲੈ ਕੇ ਗਈ ਸੀ। ਇੱਕ ਦੂਸਰਾ ਕੰਮ ਵੀ ਹੈ, ਉਹ ਇਹ ਹੈ, ਸਵੇਰੇ ਉੱਠਿਆ, ਉੱਠ ਕੇ ਛੋਟੇ ਮੇਰੇ ਘਰ 'ਚ ਬੱਚੇ ਨੇ, ਉਹਨਾਂ ਨੂੰ ਉਠਾਇਆ, ਨਹਿਲਾਇਆ, ਤਿਆਰ ਕੀਤਾ, ਸਕੂਲ ਛੱਡ ਕੇ ਆਇਆ, ਲੰਚ ਦੇ ਕੇ ਆਇਆ, ਵਾਪਸ ਲੈ ਕੇ ਆਇਆ। ਸ਼ਾਮ ਨੂੰ ਕੈਲਕੂਲੇਸ਼ਨ ਕਰਾਂ ਅਤੇ ਉਹਦੇ 'ਚ ਤਾਂ ਕੁਛ ਨਹੀਂ, ਕੋਈ ਚੈੱਕ ਨਹੀਂ ਰਿਸੀਵ ਹੋ ਰਿਹਾ। ਪਰ ਹਾਂ, ਲੌਂਗ ਟਰਮ ਦੇ ਵਿੱਚ ਇੱਕ ਬੜਾ ਵੱਡੀ ਇੱਕ ਅੰਦਰ ਚਾਹਤ ਜਾਂ ਖਾਹਿਸ਼ ਪਈ ਹੈ ਵੀ ਇਹ ਬੱਚਾ ਇੱਕ ਦਿਨ ਮੇਰੇ ਵਾਸਤੇ ਬੜਾ ਵੱਡਾ ਮਾਨ ਮਨੋਵਰ ਲੈ ਕੇ ਆਏਗਾ, ਟਰੋਫੀ ਦੀ ਤਰ੍ਹਾਂ ਹੋਏਗਾ। ਮੈਂ ਲੋਕਾਂ ਨੂੰ ਆਲੇ ਦੁਆਲੇ ਦੱਸਾਂਗਾ, ਇਹ ਮੇਰੀ ਬੇਟੀ ਹੈ, ਮੇਰਾ ਬੇਟਾ ਹੈ, ਮੇਰੀ ਪੋਤੀ ਹੈ, ਮੇਰਾ ਪੋਤਾ ਹੈ, ਇਸ ਰੂਪ ਦੇ ਵਿੱਚ। ਫਿਰ ਇਹਦੇ 'ਚੋਂ ਮੈਨੂੰ ਬਹੁਤ ਸਾਰਾ ਹੋਰ ਜੀਵਨ ਦਾ ਸੁੱਖ ਮਿਲੇਗਾ ਅਖੀਰਲੇ ਪੜਾਅ ਦੇ ਵਿੱਚ। ਇਹ ਵੀ ਖਾਹਿਸ਼ ਹੈ, ਇਹ ਵੀ ਚਲਾਉਂਦੀ ਹੈ। ਫਿਰ ਉਸ ਤੋਂ ਅਗਲੇ ਪੜਾਅ ਵਿੱਚ ਵੀ ਕੁਝ ਚੀਜ਼ਾਂ ਆਉਂਦੀਆਂ ਨੇ ਜਿਹਨਾਂ ਨੂੰ ਅਸੀਂ ਡਿਵਾਈਨ ਕਹਿੰਦੇ ਹਾਂ, ਬੜੀਆਂ ਦੈਵੀ ਰੂਪ ਦੇ ਵਿੱਚ। ਬੰਦਾ ਸਵੇਰੇ ਉੱਠਿਆ, ਅੱਖ ਖੁੱਲ੍ਹੀ, ਖਾਹਿਸ਼ ਪੈਦਾ ਹੋਈ, ਚੱਲ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਸੇਵਾ ਕਰਦੇ ਹਾਂ, ਜਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਰੂਪ ਦੇ ਵਿੱਚ। ਇਹਦੇ 'ਚ ਕੀ ਹੈ? ਇਹਦੇ 'ਚ ਇੱਕ ਪਰਪਸ ਆ। ਉਹ ਪਰਪਸ ਫਿਰ ਕਿਹਾ ਗਿਆ, ਮਤਲਬ ਕਈ ਧਾਰੀ ਹੈ, ਕਈ ਰੂਪਾਂ ਦੇ ਵਿੱਚ ਆ। ਇੱਕ ਇਹ ਵੀ ਹੈ ਉਹਦੇ 'ਚ ਕਿ ਬੰਦੇ ਨੂੰ ਜਦੋਂ ਕੰਮ ਕਰ ਰਿਹਾ, ਜਦੋਂ ਪਾਠ ਕਰ ਰਿਹਾ, ਜਦੋਂ ਉਹ ਕਿਸੇ ਦੀ ਮਦਦ ਕਰ ਰਿਹਾ, ਉਦੋਂ ਹੀ ਖੁਸ਼ੀ ਮਿਲ ਰਹੀ। ਇਹ ਜਾਗਰਤੀ ਦੀ ਬੜੀ ਆਲਾ ਅਵਸਥਾ ਹੁੰਦੀ ਹੈ। ਦੂਸਰਾ, ਉਦੋਂ ਤੇ ਖੁਸ਼ੀ ਨਹੀਂ ਮਿਲ ਰਹੀ, ਉਦੋਂ ਤੇ ਬੰਦਾ ਕਹਿੰਦਾ ਮੁਸੀਬਤ ਨੂੰ ਪਿਆ ਵਾਂ, ਇਹਦੇ ਨਾਲ ਤੇ ਸੁੱਤਾ ਰਹਿੰਦਾ ਚੰਗਾ ਸੀਗਾ, ਪਾਠ ਕਰਨਾ ਤੇ ਬੜਾ ਔਖਾ ਆ, ਗੁਰਦੁਆਰੇ ਜਾਣਾ ਤੇ ਬੜਾ ਔਖਾ ਆ। ਪਰ ਇੱਕ ਅੰਦਰ ਇੱਕ ਬਲੀਫ ਪਿਆ ਵੀ ਇੱਕ ਦਿਨ ਜ਼ਰੂਰ ਬੈਨੀਫਿਟ ਮਿਲੇਗਾ। ਇਹਨੂੰ ਥੋੜ੍ਹਾ ਜਿਹਾ ਅਸੀਂ ਸੁਪਰਸਟੀਸ਼ੀਅਸ ਲੈਵਲ 'ਤੇ ਗਿਣਦੇ ਹਾਂ। ਫਿਰ ਇੱਕ ਤੀਸਰੀ ਚੀਜ਼ ਵੀ ਹੈ, ਉਹ ਇਹ ਹੈ ਕਿ ਬਿਲਕੁਲ ਹੀ ਟੋਟਲ ਸੁਪਰਸਟੀਸ਼ਨ ਵਿੱਚ ਬੰਦਾ ਆ ਚੁੱਕਾ ਹੈ। ਕਿਸੇ ਨੇ ਕਿਹਾ ਤੂੰ ਨਾ, ਤੇਰਾ ਕੰਮ ਨਹੀਂ ਹੁੰਦਾ, ਲੈ ਤੈਨੂੰ ਦੱਸ ਦਿੰਦੇ ਇਹ ਤਰੀਕਾ ਇਹ ਹੈ, ਤੂੰ ਨਾ ਫਲਾਂ ਤਰ੍ਹਾਂ ਦਾ ਧਰਮ ਕਰਮ ਕਰੀ, ਫਲਾਂ ਤਰ੍ਹਾਂ ਦਾ ਕੋਈ ਖਾਸ ਐਕਟੀਵਿਟੀ 'ਚ ਪਾਰਟੀਸਪੇਟ ਕਰੀ ਅਤੇ ਉਹਦੇ ਨਾਲ ਤੇਰਾ ਇਹ ਕੰਮ ਹੋ ਜਾਏਗਾ, ਤੇਰਾ ਕਾਰਜ ਹੋ ਜਾਏਗਾ। ਹੁਣ ਬਿਲਕੁਲ ਕਹਿ ਲਓ ਕਿ ਸੋਲੋ ਜਿਹੜੀ ਉਹਦੀ ਖਾਹਿਸ਼ ਆ, ਜਿਹੜੀ ਉਹਦੀ ਇੱਛਾ ਆ, ਹੁਣ ਉਹਦੀ ਪੂਰਤੀ ਵਾਸਤੇ ਉਹ ਕਾਰਜ ਕਰ ਰਿਹਾ ਹੈ। ਉਹਦੇ ਲਈ ਹੋਰ ਕੋਈ ਧਰਮ ਕਰਮ ਦਾ ਮਾਇਨਾ ਨਹੀਂਗਾ, ਸਿਵਾਏ ਉਹਦਾ ਆਪਣਾ ਕਾਰਜ, ਆਪਣੀ ਉਹਦੀ ਜਿਹੜੀ ਖਾਹਿਸ਼ ਹੈ ਉਹਦੀ ਫੁਲਫਿਲਮੈਂਟ ਹੋਈ। ਫਿਰ ਇਹਦੇ 'ਚ ਇਹ ਵੀ ਹੁੰਦਾ, ਇੱਕ ਬੰਦਾ ਕਹਿੰਦਾ ਤੂੰ ਨਾ ਇਸ ਧਾਰਮਿਕ ਸਥਾਨ 'ਤੇ ਜਾਈ, ਤੇਰੀ ਇਹ ਪੂਰਤੀ ਹੋ ਜਾਏਗੀ। ਉਹ ਚਲਾ ਗਿਆ, ਕਿਸੇ ਦੂਜੇ ਨੇ ਕਿਹਾ ਨਹੀਂ 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 ਨਹੀਂ, ਇਹ ਨਹੀਂਗਾ, ਆਹ ਧਾਰਮਿਕ ਸਥਾਨ ਚੁਣ, ਆਹ ਕਿਰਿਆ ਕਲਾਪ ਨਹੀਂ, ਆਹ ਕਿਰਿਆ ਕਲਾਪ ਚੁਣ। ਫਿਰ ਬੰਦਾ ਉਸੇ ਰੂਪ ਵਿੱਚ ਸੈਕਿੰਡ ਲੈਵਲ ਦੀ ਚੀਜ਼ ਆਏਗਾ, ਥਰਡ, ਫੋਰਥ। ਇਹ ਜਿਹੜੀ ਪ੍ਰਵਿਰਤੀ ਹੈ ਇਹ ਉਹਨੂੰ ਕਿਸੇ ਕੰਮ ਜੋਗਾ ਨਹੀਂ ਛੱਡਦੀ। ਇਨਡੀਡ ਉਹਦਾ ਬਲੀਵ, ਉਹਦਾ ਵਿਸ਼ਵਾਸ, ਸਭ ਚੀਜ਼ ਜਿਹੜੀ ਹੈ ਸ਼ੈਟਰਡ ਹੋ ਜਾਂਦੀ ਹੈ। ਗੁਰਮਤਿ ਸਕੂਲ ਇਹ 'ਤੇ ਬਹੁਤ ਜ਼ਿਆਦਾ ਐਮਫੇਸਾਈਜ਼ ਕਰਦਾ, ਵਾਰ-ਵਾਰ ਫੋਕਸ ਕਰਦਾ, ਵਾਰ-ਵਾਰ ਸਾਨੂੰ ਦਰਸਾਉਂਦਾ ਆ ਐਵੇਂ ਆਪਣੇ ਆਪ ਨੂੰ ਚੀਟ ਨਾ ਕਰ। ਜਿਹੜੀ ਚੀਜ਼ ਤੇਰੇ ਸਮਝਣ ਵਾਲੀ ਹੈ ਉਹ ਹੈ ਹੁਕਮ। ਆ ਸ਼ਬਦ ਫਿਰ ਧਿਆਨ ਨਾਲ ਸੁਣਿਓ ਜੀ, ਜਿਹੜਾ ਬਚਨ ਮਹਾਰਾਜ ਬਿਆਨ ਕਰ ਰਹੇ ਨੇ। ਰੇ ਜਨ ਕੈਸਿਓ ਕਰੋ ਪੁਕਾਰਾ, ਹੁਕਮੇ ਹੋਵਾ ਹੁਕਮੇ ਵਰਤਾਰਾ। ਜੋ ਵਰਤਣਾ ਹੈ ਉਹ ਹੁਕਮ ਵਰਤਣਾ ਹੈ, ਅਤੇ ਹੁਕਮ ਦੇ ਵਰਤਾਰੇ ਨੂੰ ਸਮਝਣੀ ਹੀ, ਉਹਦੀ ਸਮਝ ਪੈਦਾ ਕਰਨੀ ਹੀ ਤੇਰੀ ਸਭ ਤੋਂ ਵੱਡੀ ਐਫਰਟ ਹੋਣੀ ਚਾਹੀਦੀ ਧਰਮ ਦੇ ਖੇਤਰ ਦੇ ਵਿੱਚ। ਅਸੀਂ ਬਾਣੀ 'ਚ ਕਿੰਨੀ ਵਾਰੀ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ, ਹੁਕਮ ਨਾ ਜਾਣੈ ਬਹੁਤਾ ਰੋਗ ਹੈ, ਅੰਤਰ ਧੋਖਾ ਨੀਂਦ ਨਾ ਸੋਵੈ।
ਜਿਹੜੀ ਸਾਡੀ ਬਹੁਤੀ ਕਲਪਨਾ ਆ ਉਹ ਹੁਕਮ ਨੂੰ ਨਾ ਸਮਝਣ ਕਰਕੇ ਆਉਂਦੀ ਹੈ, ਹੁਕਮ ਦੀ ਨਾ ਸਮਝੀ ਵਿੱਚੋਂ ਪੈਦਾ ਹੁੰਦੀ ਹੈ। ਇੱਕ ਦੋ ਮਿਸਾਲਾਂ ਹੋਰ ਦੇ ਦਿੰਦਾ ਵਾਂ। ਕਈ ਵਾਰੀ ਬਾਤ ਬੜੀ ਮੁਹਿੰਮ ਲੱਗਦੀ ਹੈ, ਬੜੀ ਔਖੀ ਲੱਗਦੀ ਹੈ, ਕੰਪਲੈਕਸ ਲੱਗਦੀ ਹੈ। ਇਸੇ ਹੀ 2-3 ਰੋਜ਼ ਪਹਿਲਾਂ ਇੱਕ ਸਾਡਾ ਛੋਟਾ ਵੀਰ ਉਹਦੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਮੈਨੂੰ ਕਾਲ ਕੀਤੀ, ਕਹਿਣ ਲੱਗਾ ਮੈਂ ਕੋਈ ਪ੍ਰੋਗਰਾਮ ਦੇਖ ਰਿਹਾ ਸੀਗਾ ਅਤੇ ਦੇਖਿਆ ਛੋਟੇ ਛੋਟੇ ਬੱਚੇ ਵਿਚਾਰੇ ਭੁੱਖ ਨਾਲ, ਬਿਮਾਰੀ ਨਾਲ ਤੜਪ ਰਹੇ ਨੇ। ਇੱਕਦਮ ਅੰਦਰ ਪੀੜਾ ਆਈ, ਵੇਦਨ ਆਈ ਵੀ ਆਹ ਕੀ ਬਣਿਆ ਪਿਆ। ਫਿਰ ਖਿਆਲ ਆਇਆ, ਕਹਿੰਦੇ ਨੇ ਰੱਬ ਸਾਰਿਆਂ ਦਾ ਰਾਖਾ ਆ, ਪ੍ਰਤਿਪਾਲਕ ਆ, ਰੱਬ ਸਾਰਿਆਂ ਨੂੰ ਸੰਭਾਲਣ ਵਾਲਾ ਆ, ਇਹਨਾਂ ਨੂੰ ਕਿਉਂ ਨਹੀਂ ਸੰਭਾਲ ਰਿਹਾ, ਇਹ ਕਿਉਂ ਦੁੱਖ ਭੋਗ ਰਹੇ ਨੇ। ਕਹਿੰਦੇ ਬੜਾ ਅੰਦਰ ਰੋਇਆ, ਬੜਾ ਕਲਪਿਆ, ਇਹ ਚੀਜ਼ ਅੰਦਰ ਆਈ। ਹਾਂ, ਬੰਦਾ ਇੱਕਦਮ ਸ਼ਿਕਾਇਤ ਕਰਦਾ, ਕਿੱਥੇ ਆ ਰੱਬ, ਬਈ ਕਿਉਂ ਨਹੀਂ ਸੁਣਦਾ, ਕਿਉਂ ਨਹੀਂ ਇਹ ਬਾਤ ਹੋ ਰਹੀ। ਇਹ ਸਾਰੇ ਦਾ ਕਾਰਨ ਇਹੋ ਹੀ ਹੈ, ਅਸੀਂ ਹੁਕਮ ਦਾ ਵਰਤਾਰਾ ਨਹੀਂ ਸਮਝ ਰਹੇ। ਗੁਰੂ ਬਾਬਾ ਜੀ ਕਹਿੰਦੇ ਹੁਕਮ ਨੂੰ ਸਮਝ, ਹੁਕਮ ਦਾ ਅਹਿਸਾਸ ਕੀ ਹੈ, ਇਹਨੂੰ ਹੋਰ ਸਰਲ ਕਰ ਦਈਏ। ਦੇਖੋ ਮਤਲਬ ਸਾਨੂੰ ਨਾ ਤਰਕ ਚਲਾਉਂਦਾ ਮੋਸਟਲੀ, ਜਿਹਨੂੰ ਅਸੀਂ ਰੈਸ਼ਨਲ ਥਿੰਕਿੰਗ ਕਹਿੰਦੇ ਆ, ਅਤੇ ਹਰ ਚੀਜ਼ ਨੂੰ ਅਸੀਂ ਤੋਂ ਬਹੁਤ ਡੀਪ ਤੋਂ ਡੀਪ ਲੈਵਲ 'ਤੇ ਚਲੇ ਜਾਓਗੇ ਤਾਂ ਤੁਹਾਨੂੰ ਹਰ ਚੀਜ਼ ਦੇ ਰੂਟਸ ਮਿਲ ਜਾਣਗੇ, ਉਹਦੀਆਂ ਜੜ੍ਹਾਂ ਮਿਲ ਜਾਣਗੀਆਂ। ਬੀਜ ਤੋਂ ਬਿਨਾਂ ਬੂਟੇ ਨਹੀਂ ਪੈਦਾ ਹੁੰਦੇ, ਬੂਟਿਆਂ ਤੋਂ ਬਿਨਾਂ ਛਾਵਾਂ, ਫੁੱਲ ਅਤੇ ਫਲ ਨਹੀਂ ਲੱਗਦੇ। ਇਹ ਨਿਯਮ ਹੈ ਨਾ, ਵਰਤਾਰਾ ਹੀ ਹੈ, ਹੁਕਮ ਹੀ ਇਸ ਰੂਪ ਦੇ ਵਿੱਚ ਵਰਤਦਾ ਇਸ ਢੰਗ ਨਾਲ। ਹੁਣ ਸਰਲ ਕਰ ਲਈਏ। ਅਕਸਰ ਬਾਤ ਹੁੰਦੀ ਹੈ, ਹੁਣ ਮਤਲਬ ਕੋਈ ਇੱਕ ਜਨਰੇਸ਼ਨ ਨੇ ਕੋਈ ਚੀਜ਼ ਬੀਜੀ ਹੈ, ਤੁਹਾਨੂੰ ਲੱਗਿਆ ਕਿ ਮੈਂ ਇਹ ਬੀਜੀ ਹੈ ਅਤੇ ਬਸ ਮੈਂ ਚਲੇ ਜਾਣਾ ਅਤੇ ਉਸ ਤੋਂ ਬਾਅਦ ਡਾਨਿਆ ਨਾ, ਮੇਰੀ ਹੀ ਨੈਕਸਟ ਜਨਰੇਸ਼ਨ, ਮੇਰਾ ਮੇਕਅਪ ਆ ਮੇਰਾ ਹੀ, ਕਿਉਂਕਿ ਮੇਰੀ ਸਾਰੀ ਇਨਵੈਸਟਮੈਂਟ ਉਹਨਾਂ ਵਿੱਚ ਆ, ਮੇਰੇ ਸਾਰੀਆਂ ਖਾਸ਼ਾਂ ਸਭ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਸ ਰੂਪ ਦੇ ਵਿੱਚ। ਮੈਂ ਨਾ ਭੋਗਾਂਗਾ, ਮੇਰੀ ਅਗਲੀ ਜਨਰੇਸ਼ਨ ਭੋਗੇਗੀ, ਉਹ ਨਾ ਭੋਗੇਗੀ, ਉਸ ਤੋਂ ਅਗਲੀ ਭੋਗੇਗੀ। ਸਹੀ ਨੂੰ ਵੀ ਅਤੇ ਗਲਤ ਨੂੰ, ਇੱਥੋਂ ਅਸੀਂ ਭੁਲੇਖਾ ਖਾਂਦੇ ਹਾਂ। ਅਦਰਵਾਈਜ਼ ਗੁਰੂ ਬਾਬਾ ਜੀ ਨੂੰ ਕੀ ਲੋੜ ਪਈ ਸੀਗੀ, ਜਨਰੇਸ਼ਨ ਬਾਏ ਜਨਰੇਸ਼ਨ ਇੱਕ ਜੀਵਨ ਲਾਇਆ, 2 ਜੀਵਨ ਲਾਏ, 3 ਜੀਵਨ ਲਾਏ। ਜੇ ਬੰਦਾ ਕਿ ਆਹੀ ਜ਼ਿੰਦਗੀ ਹੈ, ਕੰਮ ਡਨ ਤੇ ਆਪਣਾ, ਆਪਾਂ ਨੂੰ ਕੀ ਲੱਗੇ ਕੋਈ ਮਰੇ ਕੋਈ ਖਪੇ, ਆਪਾਂ ਤੁਰ ਜਾਣਾ ਨਾ। ਗੁਰੂ ਬਾਬਾ ਜੀ ਇੱਕ ਪੂਰਾ ਭਰਿਆ ਪੁਰਿਆ ਜੀਵਨ ਜੀਂਦੇ, ਜੀਵਨ ਦੇ ਉਸ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਆਪਣਾ ਸਕਸੈਸਰ ਲੱਭਦੇ, ਉਸ ਨੂੰ ਅਗਲੀ ਜ਼ਿੰਮੇਵਾਰੀ ਦਿੰਦੇ। ਕਈ ਵਾਰ ਆਪਣੇ ਹੁੰਦਿਆਂ ਹੀ, ਮਤਲਬ ਗੁਰੂ ਅਰਜਨ ਸਾਹਿਬ ਸ਼ਹਾਦਤ ਪਾਉਣ ਲਈ ਲਾਹੌਰ ਜਾ ਰਹੇ ਨੇ, ਸਕਸੈਸਰ ਉਸ ਤੋਂ ਪਹਿਲਾਂ ਹੀ ਚੁਣ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਲਾਂ ਜ਼ਿੰਮੇਵਾਰੀ ਦੇ ਦਿੱਤੀ, ਸਮਝਾ ਦਿੱਤਾ ਅਗਲੀ ਡਿਊਟੀ ਤੁਹਾਡੀ ਆਹ ਹੈ, ਇਸ ਰੂਪ ਦੇ ਵਿੱਚ, ਇਹ ਸਭ ਚੀਜ਼ਾਂ ਦੇ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਜਾ ਰਹੇ ਨੇ, ਪਹਿਲੇ ਆਪਣਾ ਸਕਸੈਸਰ ਚੁਣਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਗੱਦੀ ਆਸੀਨ ਕੀਤੇ, ਲਓ ਆਹ ਤੁਹਾਡੀ ਜ਼ਿੰਮੇਵਾਰੀ ਹੈ, ਇਹ ਸਭ ਰੂਪ। ਇਹ ਕੀ ਹੈ, ਮਹਾਰਾਜ ਅਹਿਸਾਸ ਕਰਾਉਂਦੇ ਨੇ, ਚੇਤੇ ਰੱਖਿਆ ਜੇ ਜੋ ਬੀਜ ਰਹੇ ਹਾਂ ਇਹ ਵੱਢਾਂਗੇ, ਅਸੀਂ ਹੀ ਵੱਢਾਂਗੇ। ਹਾਂ, ਇਸ ਜੈਨੇਟਿਕ ਮੇਕਅਪ ਦੇ ਰੂਪ ਬਦਲਦੇ ਨੇ ਥੋੜ੍ਹੇ ਥੋੜ੍ਹੇ ਕਰਕੇ, ਇਸੇ ਤਰੀਕੇ ਨਾਲ ਅੱਗੇ ਚੱਲਦਾ। ਫਿਰ ਬਹੁਤ ਡੀਪ ਲੈਵਲ 'ਤੇ ਆ ਜਾਓਗੇ ਅਤੇ ਸਾਰੀ ਮਾਨਵਤਾ ਇੱਕ ਰੱਬ ਦੀ ਜੋਤ ਆ ਅਤੇ ਉਹਦੇ ਵਿੱਚੋਂ ਆਈ ਹੈ। ਜਦੋਂ ਮੇਰਾ ਹੀ ਕੋਈ ਮਾਨਵੀ ਰੂਪ ਆਲੇ ਦੁਆਲੇ ਦੁੱਖ ਭੋਗਦਾ ਹੈ, ਜੇ ਮੈਨੂੰ ਦੇਖਦਾ ਮੈਨੂੰ ਦੁੱਖ ਲੱਗਦਾ, ਇਹਦਾ ਮਤਲਬ ਇਹ ਹੈ ਉਹ ਦੁੱਖ ਮੇਰੇ ਹਿੱਸੇ 'ਚ ਵੀ ਆ ਰਿਹਾ। ਮੈਂ ਬਹੁਤ ਆਪਣੀ ਕੌਂਸ਼ੀਅਸ ਨੂੰ ਦਬਾ ਲਵਾਂ ਤੇ ਗੱਲ ਵੱਖਰੀ ਹੈ, ਅਦਰਵਾਈਜ਼ ਪੀੜਾ ਤੇ ਮੈਨੂੰ ਵੀ ਮਹਿਸੂਸ ਹੁੰਦੀ ਹੈ। ਸੋ ਇਸ ਅਹਿਸਾਸ ਨੂੰ ਇੱਕ ਰੂਪ ਵਿੱਚ ਲਿਆ ਜਾਏ। ਦੂਸਰੀ ਚੀਜ਼ ਇਹਦੇ ਨਾਲ ਐਗਜ਼ਾਮਪਲ ਹੋਰ ਕਰ ਦੇਣਾ, ਮੈਂ ਪਹਿਲੇ ਬਾਤ ਕੀਤੀ, ਬੜੀ ਕੰਪਲੈਕਸ ਚੀਜ਼ ਹੈ। ਮਹਾਰਾਜ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਰੀ ਗੱਲ ਹੁਕਮ ਤੇ ਕੀਤੀ ਹੈ। ਕਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਜ਼ਿੰਦਗੀ ਦਾ ਸਵਾਲ ਤੇ ਇੰਨਾ ਹੀ ਹੈ ਨਾ ਵੀ ਸਚਿਆਰ ਕਿਵੇਂ ਹੋਣਾ, ਸੱਚ ਨਾਲ ਆਤਮ ਸਾਧ ਕਿਵੇਂ ਹੋਣਾ, ਉਹਦੇ ਨਾਲ ਇਕਸਾਰਤਾ, ਵਨਨੈਸ ਕਿਵੇਂ ਅਸੀਂ ਇੰਜੋਏ ਕਰਨੀ ਹੈ। ਬਾਬਾ ਜੀ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਰੱਬੀ ਰਜ਼ਾ ਤੇ ਹੁਕਮ ਦੀ ਉਸ ਖੇਡ 'ਚ ਆ ਜਾ। ਮਹਾਰਾਜ ਹੁਕਮ ਸਮਝਾਂਗਾ ਤਾਂ ਹੀ ਖੇਡ 'ਚ ਆਵਾਂਗਾ ਨਾ। ਤੇ ਬਾਬਾ ਜੀ ਨੇ ਫਿਰ ਹੁਕਮ ਦੀ ਵਿਆਖਿਆ ਕੀਤੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਹੈ ਹਾਰਡ, ਕੋਈ ਬੰਦਾ ਐਗਜ਼ੈਕਟਲੀ ਵਰਡਸ ਵਿੱਚ, ਸ਼ਬਦਾਂ ਵਿੱਚ, ਲਫ਼ਜ਼ਾਂ 'ਚ, ਵਾਕਾਂ 'ਚ ਪਾ ਕੇ ਸਮਝਾ ਦੇ ਵੀ ਆਹ ਹੁਕਮ ਆ, ਇਹਦੀ ਪੋਸੀਬਲ ਇੰਨਾ ਆਸਾਨ ਨਹੀਂ ਗਾ। ਪਰ ਇਹ ਚੀਜ਼ ਜ਼ਰੂਰ ਆ, ਬੀਇੰਗ ਏ ਹਿਊਮਨ, ਤੁਸੀਂ ਐਫਰਟ ਪਾਓ, ਯਤਨ ਕਰੋ, ਕੁਝ ਨਾ ਕੁਝ ਕੁਦਰਤ ਤੁਹਾਡੇ ਤਰਸ ਕਰੇਗੀ, ਤੁਹਾਨੂੰ ਚੀਜ਼ਾਂ ਦੀ ਸ਼ਨਾਖਤ ਹੋ ਜਾਏਗੀ। ਹੁਕਮ ਦਾ
कुछ एहसास तुहाडी सुरत च आ जाएगा। ये बाबा जी बाणी च वार-वार बयान करते हैं। टूक मत जी विनती करन लगा सीगा, मैनूं याद आ मैं इत्थे कैलीफोर्निया सीगा काफ़ी साल पहला, तो किसी प्रोफैसर सीगे वो आए तो मैनूं कहिंदे कि मैं बहुत धार्मिक लिटरेचर पढ़दा आ, कुछ इंडियन सब कॉन्टीनेंट का लिटरेचर भी उन्होंने दसिया पढ़िया आ मैं। अच्छा, रब दे बारे जो मैं अंडरस्टैंडिंग की है बाणी के मुताबिक कि रब जोत होकर सारिਆਂ 'ਚ रविया आ, इज इट राइट? मैं क्या हाँ जी, ये बाणी का विश्वास बाणी का एहसास सानूं मिलता आ। कहता ठीक, इत्थों तक गल तुहाडी ते मेरी बन गई। हुण मैं तुहानूं सवाल पूछना है। फिर की सवाल की है? कहता सवाल ये है कि जे रब की जोत सारिਆਂ विच आ, लिटरली तौर पर शब्द भी कोट किया, सब मैं जोत जोत है सोए तिसदा चानन सब मैं चानन होए, गुरु नानक साहब का शब्द। अच्छा, सारे च रब की जोत है, सब च रब की जोत है। अच्छा, मैनूं दसोगे हिटलर बहुत माड़ा सीगा, ਉਹਦੇ 'ਚ भी रब की जोत है, वो भी रब है। जे ਉਹਦੇ 'ਚ भी रब की जोत है, जो भी रब है तो बड़ा माड़ा है, मैं तो नहीं मन सकता। हुण ये चीज़ ये है कि ਜਿਹੜਾ ਹਿਊਮਨ ਮਾਈਂਡ ਆ ਨਾ, ਇਹ ਚੀਜ਼ਾਂ ਨੂੰ ਸਮੁੱਚ ਵਿੱਚ ਪੂਰੇ ਰੂਪ ਵਿੱਚ ਵੇਖਣ ਦੀ ਬਜਾਏ ਉਹਨੂੰ ਖਾਨਾ ਬਣਾ ਕੇ ਥੋੜ੍ਹੇ ਜਿਹੇ ਰੂਪ ਵਿੱਚ ਵੇਖਣਾ ਪਸੰਦ ਕਰਦਾ ਆ। ਸਮੁੱਚ 'ਚ ਵੇਖੇਗਾ ਤੇ ਜ਼ਿੰਮੇਵਾਰੀ ਆਏਗੀ ਆਪਣੀ ਵੀ, ਜੇ ਥੋੜ੍ਹੇ ਵਿੱਚ ਵੇਖੇਗਾ, ਸਪੋਜ਼ ਸਰਲ ਕਰ ਲਿਆ ਜਾਏ, ਬੱਚੇ ਨੇ ਸਾਡੇ ਸਾਹਮਣੇ ਸਵੇਰੇ ਕੋਈ ਮਿਸਟੇਕ ਕੀਤੀ ਹੈ, ਅਸੀਂ ਸਿਰਫ ਉਨੀ ਮਿਸਟੇਕ ਵੇਖ ਕੇ ਉਹਨੂੰ ਜੱਜ ਕਰਕੇ ਉਹਦੇ ਉੱਤੇ ਫੈਸਲਾ ਆਇਤ ਕਰ ਦਿਆਂਗੇ। ਜੇ ਆਪਾਂ ਥੋੜ੍ਹੇ ਜਿਹੇ ਪਿਛੋਕੜ 'ਚ ਚਲੇ ਜਾਈਏ ਤੇ ਪਿਛੋਕੜ 'ਚ ਦੇਖੀਏ ਕਿ ਅੱਜ ਮੈਨੂੰ ਇਹ ਮਿਸਟੇਕ ਅੱਖਰ ਰਹੀ ਹੈ, ਕੱਲ੍ਹ ਵੀ ਤਾਂ ਵਿਹਾਰ ਦਾ ਐਵੇਂ ਦਾ ਹੀ ਸੀਗਾ, ਕੱਲ੍ਹ ਕਿਉਂ ਨਹੀਂ ਅੱਖਰੀ ਮੈਨੂੰ? ਕਿਉਂ? ਕਿਉਂਕਿ ਕੱਲ੍ਹ ਮੇਰਾ ਆਪਣਾ ਸਟੇਟ ਆਫ ਮਾਈਂਡ ਡਿਫਰੈਂਟ ਸੀਗੀ, ਮੈਨੂੰ ਉਹ ਸ਼ਰਾਰਤ ਲੱਗੀ, ਮੈਂ ਖੁਸ਼ ਹੋਇਆ ਉਹਦੇ 'ਤੇ। ਅੱਜ ਮੈਨੂੰ ਇਹ ਮਿਸਟੇਕ ਲੱਗੀ, ਮੈਨੂੰ ਦੁੱਖ ਹੋਇਆ ਇਹਦੇ 'ਤੇ। ਕਿਉਂ? ਕਿਉਂਕਿ ਮੇਰੀ ਸਟੇਟ ਆਫ ਮਾਈਂਡ ਠੀਕ ਨਹੀਂ ਗਈ। ਜਾਂ ਮੇਰੇ ਆਪਣੇ ਬੱਚੇ ਨੇ ਕਿੱਲਤ ਕੀਤੀ, ਮੈਨੂੰ ਚੰਗੀ ਲੱਗੀ, सेम इल्लत दूजे बच्चे ने की, मैंने बड़ा गुस्सा लगा, मैं बहुत भैड़ा बच्चा है, इन्हों किसी ने समझाया नहीं, अकल नहीं दी किसी ने। कारण की बनया? क्योंकि मेरी वो जो वेखण वाली अख थोड़ी जी डिफरेंट हो रही है। हुण जिहड़ी खाने बना के वेखण वाली बात आ, हिटलर एक शख्स आ जिन्हों असीं नफरत करते हैं, जिन्हों असीं कहने भी ये बहुत माड़ा वर्तारा। हरनाकश बाबा जी ने बाणी जिक्र किया, असीं नेम एक तो बाद एक करैक्टर नूं नाम लवो, पर बाणी 'ਚ भी महाराज बयान करते भी तू ਇਹਦੀ ਤੇ ਗੱਲ करदा है, जे ये हरनाकश की गल करोगे तो हरनाकश एक बिरती है, तो ये बिरती एक बहुत बड़े वर्तारे विचों निकलती है, ये एवें नहीं निकलती। हिटलर एक कला सिंबल नहीं गा, एक पूरा वर्तारा है सोसाइटी का। ਜਦੋਂ सोसाइटी 'ਚ इस किस्म के स्कूल ऑफ थॉट ਨੂੰ, इस किस्म की विचारधारा ਨੂੰ ਅਸੀਂ ਪਨਪਣ ਦੇਵਾਂਗੇ, ਉਹਦਾ ਐਂਡ ਰਿਜ਼ਲਟ ਆ ਨਿਕਲੇਗਾ, ਇੱਕ ਦਿਨ ਇਸ ਰੂਪ ਵਿੱਚ ਆਏਗਾ। ਜੇ ਤੁਸੀਂ ਸਾਰੇ ਸਮੁੱਚ ਨੂੰ ਸਮਝੋਗੇ, ਪਤਾ ਲੱਗੇਗਾ ਹਾਂ ਸਾਡਾ ਸਾਰਿਆਂ ਦੇ ਥੋੜ੍ਹਾ ਥੋੜ੍ਹਾ ਫਾਲਟ ਇਹਦੇ ਵਿੱਚ, ਫਿਰ ਉਹ ਇਕੱਲਾ ਬੁਰਾ ਨਹੀਂ ਲੱਗੇਗਾ। ਫਿਰ ਇੱਕ ਪੂਰੇ ਦੀ ਪੂਰੀ ਬੁਰਾਈ ਨੂੰ ਵਰਤਦਿਆਂ ਹੋਇਆਂ ਸਾਡੀ ਨਜ਼ਰ ਦੇਖੇਗੀ, ਅਸੀਂ ਉਹਨੂੰ ਫਿਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਲਰਨ ਕਰਾਂਗੇ, ਉਹ ਤੋਂ ਅੱਗੇ ਵਧਾਂਗੇ। ਅਦਰਵਾਈਜ਼ ਸਪੈਸ਼ਲ ਤੌਰ 'ਤੇ ਕੁਝ ਵਿਲਨ ਲੱਭ ਕੇ, ਕੁਝ ਮਾੜੇ ਬੰਦੇ ਲੱਭ ਕੇ ਉਹਨਾਂ ਨੂੰ ਕੋਸੀ ਜਾਵਾਂਗੇ ਤੇ ਆਪਾਂ ਕਰੀ ਜਾਵਾਂਗੇ। ਬਾਣੀ ਕਹਿੰਦੀ ਹੈ ਬੁਰਾ ਤੇ ਕੋਈ ਵੀ ਨਹੀਂ। ਅਸੀਂ ਮਹਾਰਾਜ ਦੇ ਸ਼ਬਦਾਂ 'ਚ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਿ ਸਾਰੇ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਸਾਰੇ ਹੀ ਮਿੱਤਰ ਨੇ, ਕੋਈ ਵੀ ਬੁਰਾ ਨਹੀਂ ਗਾ। ਕਿਆ ਮਨ ਆਪਣੇ ਤੇ ਬੁਰਾ ਮਿਟਾਨਾ, ਜਿਹੜਾ ਤੈਨੂੰ ਬੁਰਾ ਦਰਸਾ ਰਿਹਾ ਉਹ ਤੇਰਾ ਮਨ ਆ, ਤੂੰ ਆਪਣੇ ਮਨ ਦੇ ਵਿੱਚੋਂ ਬੁਰੇ ਨੂੰ ਮਿਟੇ ਦੇਣਾ ਬਿਲਕੁਲ। ਮਨ ਆਪਣੇ ਤੇ ਬੁਰਾ ਮਿਟਾਨਾ ਪਿੱਖ ਹੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਹੀ ਤੈਨੂੰ ਸੱਜਣ ਨਜ਼ਰ ਪਏਗੀ, ਸਾਰੀ ਸ੍ਰਿਸ਼ਟੀ ਤੈਨੂੰ ਚੰਗੀ ਨਜ਼ਰ ਪਏਗੀ। ਇਹ ਹੁਕਮ ਨੂੰ ਸਮਝ ਕੇ ਬਾਤ ਸਮਝ ਆਉਂਦੀ ਹੈ। ਅਦਰਵਾਈਜ਼ ਆਪਣੀ ਸੋਚ ਦੇ ਵਿੱਚ ਤੁਰ ਰਿਹਾ ਬੰਦਾ ਇੱਕ ਇੱਕ ਛੋਟੀ ਛੋਟੀ ਚੀਜ਼ ਨੂੰ ਆਪਣੇ ਤਰੀਕੇ ਨਾਲ ਦੇਖਦਾ, ਕਿਸੇ ਨੂੰ ਚੰਗਾ ਕਿਸੇ ਨੂੰ ਬੁਰਾ। ਗੁਰੂ ਬਾਬਾ ਜੀ ਕਹਿੰਦੇ ਇਹਦੇ 'ਚ ਫਿਰ ਦੁੱਖ ਆ, ਕਸ਼ਟ ਆ, ਤਕਲੀਫ ਆ, ਆਪਣੇ ਲਈ ਵੀ ਅਤੇ ਸਾਹਮਣੇ ਵਾਲੇ ਲਈ। ਹੁਣ ਬਾਤ ਜਿਹੜੀ ਮੈਂ ਪਹਿਲੀ ਕੀਤੀ ਸੀ, ਉਹ ਕਹਿ ਰਿਹਾ ਕਿ ਬੱਚੇ ਦੁਖੀ ਹੋ ਰਹੇ ਨੇ। ਭਾਈ ਪਿੱਛੋਂ ਦੇਖੋ, ਜਨਰੇਸ਼ਨਸ ਤੋਂ ਵਰਤਾਰੇ ਤੁਰੇ ਆਉਂਦੇ ਨੇ। ਕਈ ਵਾਰ ਮਤਲਬ ਤਕਦੀਰ ਇਹੋ ਜਿਹੇ ਸਮੇਂ ਵੀ ਵਿਖਾਉਂਦੀ ਕਿ ਘੜੀਆਂ ਖਤਾ ਕਰਦੀਆਂ ਨੇ, ਸਦੀਆਂ ਸਜ਼ਾ ਪਾਉਂਦੀਆਂ ਨੇ। ਅੱਜ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ, ਸਾਡੀ ਮੋਸਟਲੀ ਪਾਪੂਲੇਸ਼ਨ ਇਹਦੇ 'ਚ
ਪੀਲ ਰੀਜਨ ਦੇ 'ਚ ਆ, ਬਰਮਟਨ ਦੇ ਗਿਰਦੇ ਰਵਾਨ ਦੇ ਵਿੱਚ ਆ। ਤੁਹਾਡੇ ਵੀ ਸੱਜਣ ਮਿੱਤਰ ਰਹਿੰਦੇ ਨੇ ਦੂਜੇ ਮੁਲਕਾਂ ਦੇ ਵਿੱਚ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਗੱਲਬਾਤ ਕਰਦੇ ਹੋਵੋਗੇ, ਮਿਲਦੇ ਗਿਲਦੇ ਹੋਵੋਗੇ। ਬਰਮਟਨ ਦੇ ਬਾਰੇ ਉਹ ਤੁਹਾਨੂੰ ਕੀ ਕਹਿੰਦੇ ਹੋਣਗੇ? ਯਕੀਨਨ ਤੌਰ 'ਤੇ ਪਹਿਲੀ ਸੱਟੇ ਪੈਂਦੇ ਸੱਟੇ ਕਹਿਣਗੇ ਤੁਹਾਡੇ ਤੇ ਬੜਾ ਬੁਰਾ ਹਾਲਤ ਹੈ, ਤੁਹਾਡੇ ਤੇ ਬਹੁਤ ਬੜੀ ਬੁਰੀ ਹਾਲਤ ਹੈ, ਤੁਹਾਡੇ ਤੇ ਆਹ ਚੀਜ਼ ਹੋ ਰਹੀ ਆ। ਇਹ ਕੀ ਹੋਇਆ? ਐਕਚੁਅਲ ਲੈਵਲ ਤੇ ਪੋਰਟਰੇਟ ਕੀਤਾ ਗਿਆ ਸਾਰਾ ਕੁਝ, ਅਸਾਂ ਤੁਸੀਂ ਕੀਤਾ। ਹਾਂ, ਕੁਝ ਕਮੀਆਂ ਹੈ, ਖਾਮੀਆਂ ਹੈਗੀਆਂ, ਨੋ ਡਾਊਟ, ਪਰ ਐਵੇਂ ਥੋੜ੍ਹਾ ਆ ਕਿ ਤੁਸੀਂ ਬਾਹਰ ਨਿਕਲਦੇ ਹੋ ਤਾਂ ਮਤਲਬ ਜਿਸ ਤਰੀਕੇ ਨਾਲ ਪੋਰਟਰੇਟ ਕੀਤਾ ਗਿਆ, ਜਿਹੋ ਜਿਹੀਆਂ ਟਿਕਟਾਕ ਬਣਾ ਕੇ ਪਾ ਦਿੱਤੀਆਂ ਗਈਆਂ ਸਾਰੀਆਂ, ਇਹੋ ਚੀਜ਼ ਹੋ ਗਈ ਸਭ ਨਾ। ਪਰ ਇਹ ਵੀ ਮੈਂ ਬੇਨਤੀ ਕਰਾਂਗਾ, ਇੰਨਾ ਵੀ ਨਹੀਂ ਹੋਣਾ ਚਾਹੀਦਾ, ਪਰ ਇਹਦਾ ਲੌਂਗ ਟਰਮ ਇੰਪੈਕਟ ਜਿਹੜਾ ਹੈ ਅਸੀਂ ਭੁਗਤਣਾ, ਸਾਡੀਆਂ ਆਉਣ ਵਾਲੀ ਜਨਰੇਸ਼ਨ ਨੇ ਭੁਗਤਣਾ। ਸਾਨੂੰ ਅਹਿਸਾਸ ਨਹੀਂ ਗਿਆ ਇਹਦਾ। ਅੱਜ ਬੀਜ ਰਹੇ ਆ, ਕੱਲ੍ਹ ਨੂੰ ਮੈਂ ਇਸ ਰੂਪ ਵਿੱਚ ਨਹੀਂ ਹੋਵਾਂਗਾ, ਪਰ ਮੇਰਾ ਕੋਈ ਹੋਰ ਰੂਪ ਹੋਏਗਾ ਇੱਥੇ, ਉਹ ਭੁਗੇਗਾ। ਉਹਦੇ ਵੱਲ ਵੇਖ ਕੇ ਕੋਈ ਤਰਸ ਕਰੇਗਾ, ਹੋ ਬੜਾ ਜ਼ੁਲਮ ਹੋ ਰਿਹਾ, ਬੜਾ ਮਾੜਾ ਹੋ ਰਿਹਾ, ਤੇ ਭਲਿਆ ਤੇ ਬੀਜਿਆ ਹੈ, ਪਿੱਛੋਂ ਤੁਰਿਆ ਹੁੰਦਾ ਆ। ਇਸ ਕਰਕੇ ਹੁਣ ਤੋਂ ਹੀ ਅਹਿਸਾਸ ਕੀਤਾ ਜਾਏ, ਇਹ ਸਮਝਿਆ ਜਾਏ। ਬਾਬਾ ਜੀ ਇਸੇ ਕਰਕੇ ਬਿਆਨ ਕਰਦੇ, ਦੱਦਾ ਦੋਸ਼ ਨਾ ਦਿਓ ਕਿਸੇ ਹੋਰ ਨੂੰ ਦੋਸ਼ ਦੇਣ ਕਿਉਂ ਜਾਣਾ? ਦੋਸ਼ ਕਰਮਾਂ ਆਪਣੇ ਕਰਮ ਦਾ ਧਿਆਨ ਕਿਉਂ ਨਹੀਂ ਕਰਦਾ? ਉਹਦੇ ਵੱਲ ਧਿਆਨ ਕਿਉਂ ਨਹੀਂ ਦਿੰਦਾ? ਜੋ ਮੈਂ ਕੀਆ ਸੋ ਮੈਂ ਪਾਇਆ, ਮੈਂ ਆਪਣੇ ਕੀਤੇ ਨੂੰ ਪਾਉਣਾ। ਤੇ ਮਨੁੱਖ ਸਾਰਾ ਹੀ ਇਹ ਸਮਝ ਕੇ ਚੱਲੇ ਕਿ ਅਸੀਂ ਆਪਣਾ ਕਰਦਾ ਕਿ ਕੀਤਾ ਹੋਇਆ ਆਪ ਪਾ ਰਹੇ ਹਾਂ, ਇਹ ਹੁਕਮ ਹੈ ਉਹਦਾ। ਗੁਰੂ ਬਾਬਾ ਜੀ ਕਹਿੰਦੇ ਹੁਕਮ ਨੂੰ ਸਮਝ। ਪਿੱਛੋਂ ਕਿਸੇ ਨੇ ਬੀਜਿਆ, ਕੰਡੇ ਬੀਜੇ ਗਏ, ਕੰਡੇ ਉੱਗ ਗਏ, ਕੰਡੇ ਚੁੱਭ ਰਹੇ ਨੇ, ਦੁਖੀ ਹੋ ਰਹੇ ਆ। ਅਗਾਂਹ ਸਮਝ ਪੈਦਾ ਕਰ, ਕੰਡੇ ਨਹੀਂ ਬੀਜਣੇ, ਬੀਜਿਆ ਹੋਇਆ ਨੂੰ ਚੁਗਣਾ ਹੈ। ਕਿਸੇ ਨੂੰ ਵੀ ਦੁੱਖ ਦੇਣਾ, ਵੇਦਨ ਦੇਣੀ, ਪੀੜਾ ਦੇਣੀ, ਇਹ ਮੇਰਾ ਕਰਮ ਨਹੀਂ ਹੋਣਾ ਚਾਹੀਦਾ। ਹੁਣ ਬਾਤ ਰਹੀ ਇੱਛਾਵਾਂ ਖਾਹਿਸ਼ਾਂ ਦੀ ਪੂਰਤੀ ਵਾਸਤੇ ਕੁਝ ਕਿਆ ਆਹ ਧਰਮ ਕਰਮ ਕਰ ਲੈ, ਆਹ ਕਰ ਲੈ। ਬਾਬਾ ਜੀ ਕਹਿੰਦੇ ਸਭ ਦਾ ਦੁੱਖ ਸੁੱਖ ਸੁਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਹ ਮੇਰੇ ਤੁਹਾਡੇ ਸਾਰਿਆਂ 'ਚ ਵਰਤ ਰਿਹਾ ਹੈ। ਜੀਵਨ ਦੇ ਵਿੱਚ ਜਿਹਨੂੰ ਤੂੰ ਦੁੱਖ ਕਹਿ ਰਿਹਾ ਹੈ, ਹੋ ਸਕਦਾ ਮਾਲਕ ਨੇ ਤੈਨੂੰ ਸਰਕਮਸਟੈਂਸਸ ਦਿੱਤੇ ਨੇ ਸਮਝ ਪੈਦਾ ਕਰਨ ਵਾਸਤੇ। ਉਸ ਤਰੀਕੇ ਨਾਲ ਕਿਉਂ ਨਹੀਂ ਦੇਖਦਾ ਹੈ? ਉਸ ਤਰੀਕੇ ਨਾਲ ਕਿਉਂ ਨਹੀਂ ਸਮਝਦਾ? ਅਸੀਂ ਨਾਰਥ ਅਮਰੀਕਾ 'ਚ ਰਹਿੰਦੇ ਹਾਂ, ਸਾਡੇ ਇੱਥੇ ਸਭ ਤੋਂ ਜਿਹੜੀ ਕਹਿ ਲਓ ਪਾਵਰਫੁਲ ਕਿਸੇ ਦੀ ਸਿਚੁਏਸ਼ਨ ਬਣ ਸਕਦੀ ਹੈ, ਸਭ ਤੋਂ ਜਿਹਦੇ ਕੋਲ ਮਤਲਬ ਸਭ ਤੋਂ ਵੱਡਾ ਅਹੁਦਾ ਜਿਹੜਾ ਇੱਥੇ ਮੰਨਿਆ ਜਾਏ, ਉਹ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ। ਕਾਈਂਡ ਆਫ 4 ਸਾਲ ਇੱਕ ਡਿਕਟੇਟਰ ਦੀ ਤਰ੍ਹਾਂ ਉਹਦੇ ਕੋਲ ਪਾਵਰ ਹੁੰਦੀ, ਇੰਤਹਾ ਦੀ ਤਾਕਤ, ਦੁਨੀਆ ਦਾ ਸੁਪਰ ਕੌਪ ਕਿਹਾ ਜਾਂਦਾ ਉਸ ਇਸ ਰੂਪ ਦੇ ਵਿੱਚ ਹੈ। ਆਪ ਕਦੀ ਅਮਰੀਕਨ ਪ੍ਰੈਜ਼ੀਡੈਂਟਸ ਦੀ ਸਾਰਿਆਂ ਦੀ ਹਿਸਟਰੀ ਪੜ੍ਹ ਕੇ ਦੇਖੋ, ਤੁਹਾਨੂੰ ਮੋਸਟਲੀ ਉਹ ਮਿਲਣਗੇ ਜਿਨ੍ਹਾਂ ਦੇ ਛੋਟੀ ਉਮਰੇ ਮਾਂ-ਬਾਪ ਦੋਵੇਂ ਜਾਂ ਮਾਂ ਜਾਂ ਪਿਤਾ ਚੋਂ ਇੱਕ ਆਈਦਰ ਗੁਜ਼ਰ ਗਏ ਨੇ ਜਾਂ ਸੈਪਰੇਟ ਹੋ ਗਏ ਨੇ। ਕਿਤੇ ਨਾ ਕਿਤੇ ਤੁਹਾਨੂੰ ਮਿਲੇਗਾ ਵੀ ਇਹ ਬੜੀ ਤਕਲੀਫ ਵਿੱਚੋਂ ਲੰਘਿਆ, ਉਸ ਤਕਲੀਫ ਨੇ ਕਿਸ ਜਗ੍ਹਾ ਤੇ ਲਿਆ ਕੇ ਬਿਠਾ ਦਿੱਤਾ ਉਸਨੂੰ। ਇਸੇ ਲਈ ਬਾਬਾ ਜੀ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ। ਦੁੱਖ ਦਾਰੂ ਬਣ ਜਾਂਦਾ ਹੈ ਜੇ ਬੰਦੇ ਨੂੰ ਸਮਝ ਆ ਜਾਏ ਤੇ। ਤਕਲੀਫ ਜ਼ਿੰਦਗੀ ਨੂੰ ਘੜ ਦਿੰਦੀ ਹੈ, ਤਕਲੀਫ ਨੂੰ ਇਸ ਕਰਕੇ ਮਹਾਰਾਜ ਨੇ ਬੁਰਾ ਨਹੀਂ ਕਿਹਾ। ਵਰਤਾਰਾ ਇਹ ਹੈ ਕਿ ਇੱਥੇ ਜੀਵਨ ਦੀ ਧੁੱਪ ਛਾਂ ਦੀ ਖੇਡ ਦੀ ਤਰ੍ਹਾਂ ਦੁੱਖ ਸੁੱਖ ਸਾਡੇ ਆਲੇ ਦੁਆਲੇ ਚੱਲਦਾ ਹੈ, ਤੇ ਇਸ ਸਾਰੇ ਦੇ ਅੰਦਰ ਇੱਧਰ ਅਸੀਂ ਸ਼ਿਕਾਇਤਾਂ ਕਰਨ ਲੱਗ ਜਾਈਏ, ਸ਼ਿਕਵੇ ਕਰਨ ਲੱਗ ਜਾਈਏ, ਜਾਂ ਭਾਂਜਵਾਦੀ ਐਸਕੇਪਿਜ਼ਮ ਮਤਲਬ ਛੱਡ ਕੇ ਭੱਜਣ ਵਾਲੀ ਗੱਲ ਕਰ ਲਈਏ, ਦੂਰ ਚਲੇ ਜਾਈਏ। ਬਾਬਾ ਜੀ ਕਹਿੰਦੇ ਨਾ, ਸਿੱਝਣਾ ਹੈ, ਨਜਿੱਠਣਾ ਹੈ, ਸੰਘਰਸ਼ ਕਰਨਾ ਹੈ, ਤੇ ਵਾਹਿਗੁਰੂ ਉਹਦੇ ਅੱਗੇ ਪੁਕਾਰ ਕਰਨੀ, ਉਹਦੇ ਕੋਲੋਂ ਹੀ ਮਦਦ ਮੰਗਣੀ, ਉਹਦੇ ਕੋਲੋਂ ਹੀ ਅਸੀਂ ਜਿਹੜਾ ਉਹਦੇ ਅਹਿਸਾਸ ਨੂੰ ਆਪਣੀ ਸੁਰਤੇ 'ਚ ਰੱਖਣਾ ਹੈ। ਕਈ ਵਾਰ ਇਹ ਵੀ ਹੋਇਆ, ਜਿਵੇਂ ਅਸੀਂ ਸਿੱਖੀ ਆਸ਼ੇ 'ਚ ਆਏ ਹਾਂ, ਗੁਰਮਤਿ ਸਕੂਲ ਦੇ ਅਸੀਂ ਧਾਰਨੀ ਹਾਂ, ਤੇ ਸਾਡੀਆਂ ਟ੍ਰੈਡੀਸ਼ਨਸ ਨੇ, ਅਸੀਂ ਗੁਰਮਤਿ ਆਸ਼ੇ ਨੂੰ ਮੰਨਦੇ ਹਾਂ। ਆਪ ਦੇਖੋਗੇ ਸਾਡੇ ਹੀ ਆਲੇ ਦੁਆਲੇ ਪਖੰਡ, ਅਡੰਬਰ ਇਸ ਤਰੀਕੇ ਦਾ ਤੁਰਿਆ ਫਿਰਦਾ ਕਿ ਬੰਦਾ ਕਹਿੰਦਾ ਸ਼ਾਇਦ ਹੋ ਸਕਦਾ ਸਿੱਖੀ ਦਾ ਸਕੂਲ ਆਫ ਥਾਟ ਵੀ ਇਸੇ ਤਰੀਕੇ ਦਾ ਇੱਕ ਹੋਏਗਾ ਜਿਵੇਂ ਦੂਜੇ ਕੋਈ ਪਖੰਡ ਦੇ ਸਕੂਲ ਚੱਲਦੇ ਨੇ। ਪਰ ਜੇ ਸਹੀ ਰੂਪ ਵਿੱਚ ਕਿਹਾ ਜਾਏ ਤੇ ਸਾਡੇ ਤੇ ਪੂਰੇ ਦੇ ਪੂਰੇ ਪੁਰਖਿਆਂ ਨੇ ਇੱਕ ਮਾਨਵੀ ਪੱਖ ਤੋਂ ਐਸਾ ਵਰਤਾਰਾ ਵਰਤਾਇਆ ਕਿ ਬੰਦਾ ਅਹਿਸਾਸ ਕਰਦਾ ਕਿ ਕਰਾਮਾਤ ਕਰਕੇ ਵਿਖਾ ਦਿੱਤੀ ਫੜ ਕੇ, ਧਰਤੀ ਦੇ ਉੱਤੇ ਨਵੇਂ ਤਬਦੀਲੀ ਲੈ ਆਂਦੀ। ਪਰ ਅਸੀਂ ਇਸ ਚੀਜ਼ ਨੂੰ ਕਈ ਵਾਰੀ ਸਮਝਦੇ ਨਹੀਂ। ਬਾਬਾ ਜੀ ਬਿਆਨ ਕਰਦੇ, ਰੇ ਜੀ ਨਿਲਜ ਲੱਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਕਿਉਂ ਨਿਲਜ ਹੁੰਨਾ ਆ ਬਚਨ ਜਿਹੜਾ ਅੱਜ ਆ ਰਿਹਾ ਨਾ, ਰੇ ਜਨ ਕੈਸਿਓ ਕਰੋ ਪੁਕਾਰਾ, ਕਿਹਦੇ ਅੱਗੇ ਜਾ ਕੇ ਪੁਕਾਰ ਕਰੀਏ? ਕਹਿੰਦੇ ਵਾਹਿਗੁਰੂ ਅੱਗੇ, ਵਾਹਿਗੁਰੂ ਦੀ ਵਰਸਾਏ ਗਿਆਨ ਗੁਰੂ ਅੱਗੇ, ਇਹਦੀ ਮਦਦ ਲੈ। ਪਰ ਇਹ ਹੋਇਆ ਬੰਦੇ ਨੂੰ ਕੋਈ ਚੀਜ਼ ਸਮਝ ਨਹੀਂ ਲੱਗੀ, ਜਾਂ
दुख ने तकलीफ ने किसी रूप में तंग किया, बंदा कहता नहीं कोई ना इत्थे नहीं चला जा, आ इत्थे चला जा, तू आ ना कर, आ क्रिया कर लै, इस किस्म की प्रवृत्ति च आ गया। बाबा जी कहते रे जी निलज लाज तोए नाए, हर तज कत काहू के जाहे, जाका ठाकुर ऊंचा होई, सोचन परकर जात न सोही। जिदा ठाकुर वडेरा होए ना, उच्चा होए, ਉਹਨੂੰ ਦੂਜੇ ਘਰ ਜਾਣਾ ਸੋਭਦਾ ਨਹੀਂਗਾ। ਇਸੇ ਲਈ ਬਾਬਾ ਜੀ ਬਾਣੀ ਵਿੱਚ ਹੀ ਬਿਆਨ ਕਰਦੇ, ਈਵਨ ਕੋਈ ਇਸਲਾਮ ਨੂੰ ਮੰਨਣ ਵਾਲਾ ਸੀਗਾ ਤੇ ਮਹਾਰਾਜ ਕਹਿੰਦੇ ਕੋਈ ਨਾ ਤੂੰ ਇਸਲਾਮ ਮੰਨ ਲੈ, ਪਰ ਸਹੀ ਤਰ੍ਹਾਂ ਮੰਨ। ਮੈਂ ਨਹੀਂ ਤੈਨੂੰ ਕਹਿੰਦਾ ਤੇਰੀ ਕਨਵਰਜਨ ਹੋਏ, ਤੂੰ ਆਪਣਾ ਧਰਮ ਦਾ ਆਸਥਾ ਛੱਡ ਕੇ ਕਿਤੇ ਹੋਰ ਜਾਏ, ਪਰ ਆਪਣੇ ਧਰਮ ਦੀ ਆਸਥਾ ਨੂੰ ਤੇ ਸਮਝਣਾ। ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਕਹਿ ਰਿਹਾ ਮੈਂ ਇੱਕ ਖਾਸ ਈਮਾਨ ਨੂੰ ਮੰਨਣਾ। ਅਵਲ ਔਲ ਦੀਨ ਕਰ ਮਿੱਠਾ, ਕਦੀ ਦੀਨ ਨੂੰ ਮਿੱਠਾ ਕਰਕੇ ਮੰਨੇ, ਦੀਨ ਨੂੰ ਮਿੱਠਾ ਕਰਕੇ। ਦੀਨ ਅਸੂਲ ਹੈ, ਅਸੂਲ ਤੈਨੂੰ ਕੌੜਾ ਲੱਗਦਾ, ਅਸੂਲ ਪਾਲਣੇ ਔਖੇ ਲੱਗਦੇ ਨੇ, ਅੱਲਾ ਅੱਗੇ ਸ਼ਿਕਾਇਤਾਂ ਕਰਦਾ, ਤੂੰ ਕੈਸਾ ਈਮਾਨ ਮੰਨਣ ਵਾਲਾ ਬੰਦਾ ਹੈ। ਇੰਪਾਵਰਮੈਂਟ ਦਿੱਤੀ ਹੈ, ਕਿਆ ਆਪਣੇ ਹੀ ਧਰਮ ਕਰਮ ਨੂੰ ਥੋੜ੍ਹਾ ਧਿਆਨ ਨਾਲ ਦੇਖ। ਇਨ ਬਿਨ ਬੀਂਗ ਸਿੱਖ, ਅਸੀਂ ਆਪਣੇ ਘਰ ਵਿੱਚ ਰੋਜ਼ ਨਿਤਨੇਮ ਕਰਦੇ ਹਾਂ, ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨੇ ਹੋ। ਜਦੋਂ ਦੇ ਮਾਲਕ ਤੇਰੇ ਨਾਲ ਸਾਂਝ ਬਣੀ, ਤੇਰੇ ਦਰ ਤੇ ਆਏ ਆ, ਕਿਸੇ ਨੂੰ ਨੱਕ ਥੱਲੇ ਨਹੀਂ ਧਰਦੇ ਅਸੀਂ। ਇਹ ਹੈ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਆਹ ਪ੍ਰਵਿਰਤੀ ਆਵੇ ਬੰਦੇ 'ਚ, ਇਹ ਤੁਹਾਡੇ ਅੰਦਰ ਮਤਲਬ ਇੱਕ ਪਕਿਆਈ ਹੈ, ਇੱਕ ਡਾਢਾਪਨ ਹੈ। ਦੁੱਖ ਸੁੱਖ ਦੇਣ ਵਾਲਾ ਵਾਹਿਗੁਰੂ ਹੈ। ਜੀਵਨ ਦੇ ਵਿੱਚ ਮੈਨੂੰ ਇੱਕ ਵਿਰਾਸਤੀ ਰੂਪ ਵਿੱਚ ਆਸਥਾ ਮਿਲੀ ਹੈ, ਮੈਂ ਉਹਦੀ ਪ੍ਰਤੀਪਾਲਣਾ ਕਰਦਾ ਹਾਂ। ਤੁਸੀਂ ਆਪਣੀ ਪਰਪੱਕਤਾ ਨੂੰ ਧਾਰਨ ਕਰਕੇ ਰੱਖੋ। ਯਕੀਨਨ ਤੌਰ 'ਤੇ ਵਕਤੀ ਤੌਰ 'ਤੇ ਬਹੁਤ ਸਾਰੇ ਹਟਕੋਰੇ ਹੁੰਦੇ ਨੇ, ਇਹ ਨਹੀਂ ਚੀਜ਼ਾਂ ਮਤਲਬ ਸਮੂਥ ਚੱਲਦੀਆਂ ਨੇ। ਮਾਲਕ ਦੀ ਬਣਾਈ ਕੁਦਰਤ, ਜੇ ਮੈਂ ਕਿਹਾ ਉਹਦੇ ਹੁਕਮ ਦਾ ਵਰਤਾਰਾ ਹੈ। ਇਹ ਖੇਡ ਅਸੀਂ ਕਈ ਰੂਪਾਂ 'ਚ ਖੇਡਦੀ ਹੋਈ ਵੇਖਦੇ ਹਾਂ, ਕਈ ਰੂਪਾਂ 'ਚ ਅਸੀਂ ਇਹਨੂੰ ਅਹਿਸਾਸ ਦੇ ਹਾਂ। ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ ਵਾਂ ਮੈਂ। ਮੈਨੂੰ ਯਾਦ ਆ, ਇੱਕ ਬੱਚਾ ਸੀਗਾ ਸਾਡੇ ਕੋਲ ਪ੍ਰਿਜ਼ਨ ਦੇ ਵਿੱਚ, ਅਤੇ ਉਹਨੂੰ ਟਾਈਮ ਮਿਲਿਆ ਪ੍ਰਿਜ਼ਨ ਸਰਵ ਕਰਨ ਵਾਸਤੇ, ਮਤਲਬ ਸਜ਼ਾ ਮਿਲੀ ਤਾਂ ਉਹਨੇ ਉਹ ਆਪਣੀ ਜੇਲ੍ਹ ਦਾ ਟਾਈਮ ਪੂਰਾ ਕੀਤਾ। ਅਤੇ ਅਨਫੋਰਚੂਨੇਟਲੀ ਗੱਲ ਇਹ ਹੋਈ ਕਿ ਜਦੋਂ ਉਹਦਾ ਟਾਈਮ ਪੂਰਾ ਹੋਣ 'ਤੇ ਆ ਗਿਆ, ਉਹਨੇ ਕੋਈ ਇੱਕ ਹੋਰ ਵੱਡੀ ਮਿਸਟੇਕ ਕਰ ਦਿੱਤੀ, ਜੋ ਟਾਈਮ ਵੱਧ ਗਿਆ। ਫਿਰ ਦੁਬਾਰਾ ਉਹ ਟਾਈਮ ਪੂਰਾ ਹੋਣ 'ਤੇ ਆ ਗਿਆ, ਸਾਰੇ ਪ੍ਰੋਗਰਾਮ ਠੀਕ ਕਰ ਰਿਹਾ, ਸਾਰੇ ਉਸ ਰੂਪ ਦੇ ਵਿੱਚ। ਮੈਂ ਉਹਨਾਂ ਦੇ ਵਿੱਚ ਗਰੁੱਪ ਰਨ ਕਰਦਾ ਸੀ, ਮੇਰੇ ਗਰੁੱਪ ਵਿੱਚ ਪੂਰਾ ਪਾਰਟੀਸਪੇਟ ਕਰਦਾ ਆ। ਫਿਰ ਦੁਬਾਰਾ ਜਦੋਂ ਟਾਈਮ ਆਇਆ ਛੁੱਟਣ ਦਾ, ਫਿਰ ਇੱਕ ਵੱਡਾ ਬਲੰਡਰ ਕਰ ਦਿੱਤਾ, ਫਿਰ ਦੁਬਾਰਾ ਟਾਈਮ ਵੱਧ ਗਿਆ। ਅਲਟੀਮੇਟਲੀ ਜਿਹੜੇ ਉੱਥੇ ਸਾਈਕੋਲੋਜਿਸਟ ਹੁੰਦੇ ਨੇ, ਉਹਨਾਂ ਦੇ ਥਰੂ ਅਸੈਸਮੈਂਟ ਹੋਈ। ਅਸੈਸਮੈਂਟ ਹੋਣ ਤੋਂ ਬਾਅਦ ਮੈਨੂੰ ਯਾਦ ਆ, ਉਹਦੇ ਰੋਲ ਆਫਿਸਰ ਨੇ ਮੈਨੂੰ ਬੁਲਾਇਆ। ਸਮਹਾਉ ਸਾਡੀ ਮੀਟਿੰਗ ਹੋਈ ਕੁਝ ਕਿਸੇ ਹੋਰ ਜਰਨਲ ਕੰਮ ਕਰਕੇ, ਅਤੇ ਉੱਥੇ ਮੈਨੂੰ ਉਹਨੇ ਆਵਾਜ਼ ਦੇ ਕੇ ਪੁੱਛਿਆ, ਉਹਦੇ ਬਾਰੇ ਗੱਲਬਾਤ ਹੋਈ। ਕਹਿੰਦਾ ਵੀ ਤੂੰ ਮਾੜੀ ਜਿਹੀ ਗੱਲ ਕਰੇਂਗਾ ਇਹਦੇ ਨਾਲ, ਕੋਈ ਮਸਲਾ ਲੱਗਦਾ ਆ ਮੈਨੂੰ। ਅਦਰਵਾਈਜ਼ ਐਵੇਂ ਨਹੀਂ ਹੁੰਦਾ, ਜਦੋਂ ਬਿਲਕੁਲ ਇਹ ਨੇੜੇ ਹੁੰਦਾ ਆ ਜਾਣ ਦੇ, ਅਤੇ ਉਦੋਂ ਇਹ ਇਸ ਤਰੀਕੇ ਨਾਲ ਕਰਦਾ। ਕੁਛ ਹੈ ਜਿਹੜਾ ਇਹਨੂੰ ਤੰਗ ਕਰ ਰਿਹਾ ਆ। ਖੈਰ ਉਹ ਗੱਲਬਾਤ ਹੋਈ, ਅਤੇ ਪਹਿਲਾਂ ਤਾਂ ਉਹ ਓਪਨ ਹੋਣ ਲਈ ਤਿਆਰ ਨਹੀਂ ਹੋਇਆ, ਥੋੜ੍ਹਾ ਵਿਸ਼ਵਾਸ ਉਹਦਾ ਜਿੱਤਿਆ। ਗੱਲ ਕਰਦਿਆਂ ਜਦੋਂ ਗੱਲ ਕਰਨ 'ਤੇ ਆਇਆ, ਬੜਾ ਰੋਇਆ, ਬੜਾ ਮਤਲਬ ਉਸ ਰੂਪ ਵਿੱਚ। ਅਖੀਰ ਗੱਲ ਇਹ ਆਈ, ਪਤਾ ਲੱਗਾ ਬੜੇ ਸਿੱਖੀ ਪ੍ਰੈਕਟਿਸਿੰਗ ਫੈਮਿਲੀ ਦੇ ਵਿੱਚ ਹੋਇਆ। ਅਤੇ ਹੋਇਆ ਇਹ ਕਿ ਬਾਪ ਬੇਟੇ ਦੀ ਰਿਲੇਸ਼ਨਸ਼ਿਪ ਵੀ ਬੜੀ ਵਧੀਆ ਆ, ਸਭ ਚੀਜ਼ਾਂ ਠੀਕ ਚੱਲ ਰਹੀਆਂ ਸੀਗੀਆਂ। ਸਮਹਾਉ ਉਮਰ ਦਾ ਇੱਕ ਤਕਾਜ਼ਾ ਹੁੰਦਾ ਆ, ਉਸ ਉਮਰ ਦੇ ਤਕਾਜ਼ੇ ਦੇ ਵਿੱਚ ਕੁਝ ਉਹਨੇ ਮਿਸਟੇਕਸ ਕੀਤੀਆਂ, ਬਾਪ ਨੇ ਡਾਂਟਿਆ ਫਟਕਾਰਿਆ, ਅਤੇ ਉਸ ਤੋਂ ਬਾਅਦ ਹਾਰਡ ਲਵ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਥੋੜ੍ਹਾ ਸ਼ੋਅ ਕੀਤਾ। ਅਖੀਰ ਗੱਲ ਮੁੱਕਦੀ ਇੱਥੇ ਆਈ ਵੀ ਦੇਖ, ਮੈਂ ਤੇਰੇ 'ਤੇ ਬੜੀ ਮਿਹਨਤ ਕੀਤੀ ਹੈ, ਤੇਰੇ ਕਰਕੇ ਮੈਂ ਇੱਥੇ ਆਇਆ, ਜਿਵੇਂ ਆਮ ਕਰਕੇ ਪੇਰੈਂਟਸ ਕਹਿ ਦਿੰਦੇ, ਅਤੇ ਤੂੰ ਸਿੱਖੀ ਸਰੂਪ ਦੇ ਵਿੱਚ ਰਹਿਣਾ ਚਾਹੀਦਾ। ਇਹ ਗੱਲ ਪੱਕੀ ਹੈ। ਜਿਸ ਦਿਨ ਤੂੰ ਇਹ ਸਿੱਖੀ ਸਰੂਪ ਛੱਡ ਦਿੱਤਾ, ਮੈਨੂੰ ਆਪਣੀ ਆ ਕੇ ਸ਼ਕਲ ਨਾ ਵਿਖਾਈ, ਬਸ ਕੰਮ ਡਨ। ਮਿਸਟੇਕ ਹੋ ਗਈ ਬੱਚੇ ਤੋਂ, ਸਿੱਖੀ ਸਰੂਪ ਚਲਾ ਗਿਆ ਉਹਦੇ ਕੋਲੋਂ, ਅਤੇ ਨਾਲ ਦੀ ਨਾਲ ਕੁਝ ਐਸਾ ਕ੍ਰਾਈਮ ਕਰ ਲਿਆ, ਇਨਪ੍ਰਿਜ਼ਨਮੈਂਟ ਹੋ ਗਈ, ਜੇਲ੍ਹ 'ਚ ਹੋ ਗਿਆ। ਉਹਦੇ ਇਸੇ ਸਮੇਂ ਦੇ ਦੌਰਾਨ ਫਾਦਰ ਦੀ ਮੌਤ ਹੋ ਗਈ।
ਹੁਣ ਜਦੋਂ ਸਮਾਂ ਆਉਂਦਾ ਘਰ ਵਾਪਸ ਜਾਣ ਦਾ, ਇੱਕਦਮ ਥਾਟ ਅੰਦਰ ਆਉਂਦਾ, ਕਹਿੰਦਾ ਘਰ ਨਹੀਂ ਜਾ ਸਕਦਾ, ਕਿਉਂਕਿ ਬਾਪ ਨੇ ਕਿਹਾ ਸੀਗਾ। ਹੁਣ ਆਹ ਚੀਜ਼ ਆ, ਮਤਲਬ ਛੋਟੀ ਜਿਹੀ ਮੈਂ ਬੇਨਤੀ ਕਰ ਰਿਹਾ ਉਸ ਰੂਪ ਦੇ ਵਿੱਚ। ਹਾਲਾਂਕਿ ਐਂਡ ਬਹੁਤ ਮਾੜਾ ਹੋਇਆ, ਆਈ ਵੋਂਟ ਬੀ ਏਬਲ ਟੂ ਐਕਸਪਲੇਨ ਆਲ ਦੈਟ ਹੇਅਰ, ਪਰ ਉਹਦਾ ਇੰਪੈਕਟ ਇੱਕ ਹੋਰ ਰੂਪ ਵਿੱਚ ਆਇਆ। ਇਹ ਸਾਰੀ ਡਿਸਕਸ਼ਨ ਹੋਈ, ਗੱਲਬਾਤ ਹੋਈ, ਸਾਡੇ ਸੁਪਰਵਾਈਜ਼ਰ ਹੁੰਦੇ ਨੇ, ਉਹਦੇ ਨਾਲ ਗੱਲ ਹੋਈ। ਉਹ ਕਹਿੰਦਾ ਕਿ ਇਹ ਥੋੜ੍ਹਾ ਹੋਰ ਓਪਨ ਅਪ ਹੋਏ, ਜੇ ਹੋਰ ਗੱਲਬਾਤ ਕਰੇ, ਗਰੁੱਪ ਡਿਸਕਸ਼ਨ 'ਚ ਲੈ ਕੇ ਆਵੇ, ਸ਼ਾਇਦ ਇਹਦਾ ਬੈਨੀਫਿਟ ਇਹਨੂੰ ਘੱਟ ਮਿਲੇ, ਗਰੁੱਪ ਨੂੰ ਜ਼ਿਆਦਾ ਮਿਲੇ। ਅਸੀਂ ਥੋੜ੍ਹੀ ਗਰੁੱਪ ਵਿੱਚ ਗੱਲ ਕੀਤੀ, ਹਾਂ ਉਹਦਾ ਵਾਕਿਆ 'ਚ ਬੜਾ ਵੱਡਾ ਬੈਨੀਫਿਟ ਹੋਇਆ ਗਰੁੱਪ ਦੇ ਵਿੱਚ। ਕਈਆਂ ਨੇ ਆਪਣੇ ਪਰਿਵਾਰ ਦੀਆਂ ਆਪਣੀਆਂ ਵਿਰਾਸਤੀ ਗੱਲਾਂ ਲਿਆਂਦੀਆਂ, ਸਾਡੀ ਇਸ ਕਿਸਮ ਦੀ ਵਿਰਾਸਤ ਹੈ ਫੈਮਿਲੀ ਦੀ, ਅਸੀਂ ਇਸ ਕਿਸਮ ਦੀਆਂ ਗੱਲਾਂ ਕਰਦੇ ਇਹ ਸਾਰੇ ਰੂਪ ਦੇ ਵਿੱਚ। ਉਹਨਾਂ ਦੇ ਵਿੱਚੋਂ ਮੋਸਟਲੀ ਮੈਂ ਦੇਖਿਆ ਮੁੜ ਕੇ ਯੰਗ ਬੱਚੇ ਸੀਗੇ, ਉਹਨਾਂ ਦੀਆਂ ਚੋਇਸਿਸ ਬਦਲ ਗਈਆਂ, ਕਿਉਂਕਿ ਕਿਸੇ ਨੇ ਅਹਿਸਾਸ ਨਹੀਂ ਸੀ ਕਰਾਇਆ। ਅੱਜ ਅਹਿਸਾਸ ਹੋ ਗਿਆ, ਹੂ ਵੀ ਯਾਰ ਕੌਣ ਹਾਂ ਅਸੀਂ, ਕਿੱਥੋਂ ਅਸੀਂ ਬਿਲੋਂਗ ਕਰਦੇ ਹਾਂ। ਉਹ ਚੀਜ਼ ਅੰਦਰ ਆਈ, ਇੱਕਦਮ ਜੀਵਨ ਦੂਜੇ ਪਾਸੇ ਤੁਰ ਪਿਆ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀਗਾ, ਗੁਰੂ ਮਹਾਰਾਜ ਨੇ ਇਹੀ ਸਿਖਾਇਆ। ਪਾਪੀ, ਗੁਨਹਗਾਰ, ਚੋਰ, ਮਤਲਬ ਕਿਹੜਾ ਗਲਤ ਕੰਮ ਕਰਨ ਵਾਲੇ ਲੋਕ ਗੁਰੂ ਮਹਾਰਾਜ ਦੇ ਆਲੇ ਦੁਆਲੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜਾ ਕੇ ਮਿਲੇ, ਉਹਨਾਂ ਨੂੰ ਜੀਵਨ ਬਦਲਿਆ, ਉਹਨਾਂ ਨੂੰ ਦੱਸਿਆ ਪਾਂਚਵਾਦੀ ਨਾ ਹੋ, ਦੌੜੋ ਨਾ ਆਪਣੇ ਆਪ ਤੋਂ, ਨਾ ਆਲੇ ਦੁਆਲੇ ਤੋਂ, ਗਲਤੀਆਂ ਮਿਸਟੇਕਸ ਨੂੰ ਐਡਰੈਸ ਕਰੋ, ਫਿਰ ਰੱਬ ਸਭ ਦੀ ਮਦਦ ਕਰਨ ਵਾਲਾ ਹੈ, ਉਹਦਾ ਹੁਕਮ ਦਾ ਵਰਤਾਰਾ ਹੈ। ਤੁਹਾਡਾ ਕੀਤਾ ਹੋਇਆ ਗੁਨਾਹ ਵੀ ਤੁਹਾਨੂੰ ਕੁਝ ਸਿਖਾ ਰਿਹਾ ਆ, ਤੁਹਾਡੇ ਤੋਂ ਕੀਤੀ ਹੋਈ ਗਲਤੀ ਵੀ ਤੁਹਾਨੂੰ ਕੁਝ ਸਮਝਾ ਰਹੀ ਹੈ, ਤੁਹਾਡੀ ਗਲਤੀ ਨੂੰ ਵੇਖ ਕੇ ਕੋਈ ਹੋਰ ਵੀ ਸਿੱਖ ਸਕਦਾ ਆ। ਆਹੀ ਹੁਕਮ। ਇਹ ਸੰਸਾਰ ਜਿਹਦੇ 'ਚ ਰਹਿ ਰਹੇ ਹਾਂ, ਬਾਬਾ ਜੀ ਕਹਿੰਦੇ ਇਹਦੇ ਦੋਵੇਂ ਰੂਪ ਹੀ ਨੇ। ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਸੱਚ ਦੀ ਕੋਠੜੀ ਵੀ ਹੈ, ਸੱਚ ਦਾ ਵਾਸ ਵੀ ਇਹਦੇ ਵਿੱਚ ਆ, ਪਰ ਬਾਬਾ ਜੀ ਕਹਿੰਦੇ ਇਹ ਵੀ ਚੇਤੇ ਰੱਖਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਕੂੜ ਵੀ ਹੈ, ਇੱਥੇ ਦੋਨਾਂ ਦਾ ਘੋਲ ਵਰਤ ਰਿਹਾ। ਹੁਕਮ ਸਮਝਣ ਦੇ ਨਾਲ ਪਤਾ ਲੱਗ ਜਾਂਦਾ, ਆਈਦਰ ਮੈਂ ਕੂੜ ਦੇ ਵਿੱਚ ਖੰਚਿਤ ਹੋਣਾ ਕਿ ਮੈਂ ਸੱਚ ਵਿੱਚ ਜਾਣਾ ਹੈ। ਫਿਰ ਹੋ ਸਕਦਾ ਹੈ ਕੁਝ ਕੂੜ, ਕੁਝ ਇਸ ਕਿਸਮ ਦਾ ਜੀਵਨ ਦਾ ਯਾਪਨ ਮੇਰੇ ਤੋਂ ਹੋ ਗਿਆ, ਮੇਰੇ ਪਿਛੋਕੜ ਵਿੱਚ ਹੋ ਗਿਆ, ਮੇਰੇ ਆਲੇ ਦੁਆਲੇ ਹੋ ਗਿਆ। ਹੁਣ ਮੈਂ ਇਸ ਸਾਰੇ ਨੂੰ ਲੈ ਕੇ ਰੋਂਦਿਆਂ ਕੁਰਲਾਉਂਦਿਆਂ ਜੀਵਨ ਬਤੀਤ ਕਰਨਾ ਕਿ ਇਹਦੇ 'ਚੋਂ ਮੈਂ ਅੱਗੇ ਵਧਣਾ ਹੈ। ਗੁਰਮਤਿ ਸਿਖਾ ਰਹੀ ਹੈ। ਵਾਹਿਗੁਰੂ ਦੇ ਅੱਗੇ ਪੁਕਾਰ ਕਰੋ, ਆਪਣੀ ਵਿਰਾਸਤ ਵਿੱਚੋਂ ਚੰਗੇਰੇ ਨੂੰ, ਜਿਹੜੀ ਅਛਿਆਈ ਹੈ, ਚੰਗਿਆਈ ਹੈ, ਉਹਦੀ ਪਕੜ ਕਰੋ, ਆਪਣੇ ਜੀਵਨ ਨੂੰ ਸਹੀ ਰੂਪ ਵਿੱਚ ਲੈ ਕੇ ਆਓ। ਮਹਾਰਾਜ ਬਿਆਨ ਕਰਦੇ, ਰੇ ਜਨ ਕੈਸਿਓ ਕਰੋ ਪੁਕਾਰਾ, ਕਿਹਦੇ ਅੱਗੇ ਜਾ ਕੇ ਰੌਲਾ ਪਾਈਏ, ਕਿਹਨੂੰ ਜਾ ਕੇ ਮਿੰਨਤ ਤਰਲਾ ਕਰੀਏ। ਹੁਕਮੇ ਹੋਵਾ ਹੁਕਮੇ ਵਰਤਾਰਾ, ਇਹ ਹੁਕਮ ਵਿੱਚ ਹੀ ਵਰਤ ਰਿਹਾ ਤੇ ਹੁਕਮ ਦਾ ਵਰਤਾਰਾ ਹੈ। ਇਹੀ ਪੁਕਾਰ ਕਰ ਕੇ ਤੈਨੂੰ ਹੁਕਮ ਦੀ ਕੋਈ ਸੋਝੀ ਆਵੇ, ਰਹਾਉ ਦਾ ਬੰਦਿਆ। ਹੁਣ ਆ ਜੀ ਸ਼ੁਰੂਆਤੀ ਪਦੇ, ਜਾਂ ਕੋ ਰੱਖ ਹੈ ਆਪਣੀ ਸ਼ਰਨਾਈ, ਜਿਹਨੂੰ ਮਾਲਕ ਆਪਣੀ ਸ਼ਰਨ ਰੱਖ ਲਵੇ। ਹੁਣ ਸ਼ਰਨ ਰੱਖਣਾ, ਅਸੀਂ ਕਈ ਵਾਰੀ ਇਹ ਸਮਝਦੇ ਆ ਕਿ ਸ਼ਰਨ ਰੱਖਣ ਦਾ ਮਤਲਬ ਹੁੰਦਾ ਕੋਈ ਆਪਣੇ ਬਿਲਕੁਲ ਸਾਨੂੰ ਫਿਜ਼ੀਕਲੀ ਕੋਲ ਰੱਖੇ। ਸ਼ਰਨ ਰੱਖਣ ਦਾ ਮਾਇਨਾ ਬਹੁਤ ਵੱਡਾ ਆ। ਇਹ ਬਾਤ ਹੋਈ ਹੈ, ਮਤਲਬ ਮਾਂ ਬਾਪ ਆਲੇ ਦੁਆਲੇ ਹੋਣ ਜ਼ਰੂਰੀ ਨਹੀਂ ਗਾ, ਮਾਂ ਬਾਪ ਦਾ ਸਾਡੀ ਸੁਰਤ 'ਚ ਹੋਣਾ ਬੜਾ ਜ਼ਰੂਰੀ ਹੈ। ਰੱਬ ਦਾ ਵਰਤਣਾ ਆਲੇ ਦੁਆਲੇ ਤੇ ਹੈ ਹੀ ਹੈ, ਉਹ ਤੇ ਵਰਤ ਹੀ ਰਿਹਾ ਆ, ਪਰ ਸਿਮਰਨ ਕਿਉਂ ਕਰਦੇ ਆ? ਕਿਉਂਕਿ ਸਾਡੀ ਸੁਰਤ 'ਚ ਵਰਤੇ। ਇਹ ਥੋੜਾ ਕਿ ਰੱਬ ਜੀ ਕਿਤੇ ਤੁਰ ਗਿਆ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਰਾਮ ਰਾਮ ਕਰਦੇ ਆ, ਆਵਾਜ਼ਾਂ ਮਾਰਦੇ ਆ ਉਸ ਨੂੰ, ਉਹ ਕਿਹੜਾ ਕਿਤੇ ਗਵਾਚ ਗਿਆ ਆ, ਉੱਥੇ ਸਾਰੇ ਪਾਸੇ ਮੌਜੂਦ ਆ, ਸੁਰਤ 'ਚ ਨਹੀਂ ਆ ਰਿਹਾ। ਜਿੱਦਣ ਕਿਤੇ ਸੁਰਤ 'ਚ ਆ ਗਿਆ, ਸਮਝੋ ਉਸੇ ਦਿਨ ਜੀਵਨ ਬਦਲ ਗਿਆ। ਸਾਹਿਬ ਬਿਆਨ ਕਰਦੇ, ਜਿਹਨੂੰ ਆਪਣੀ ਸ਼ਰਨ ਰੱਖ ਲਵੇ, ਮੁਰਾਦ ਇਹ ਜਿਹਨੂੰ ਉਹ ਤਰਸ ਕਰਕੇ ਕਿਤੇ ਜਿਹਦੀ ਸੁਰਤ 'ਚ ਆ ਕੇ ਉਸ ਰੂਪ ਵਿੱਚ ਆਮਾ ਜਾਏ, ਉਸ ਰੂਪ 'ਤੇ ਜਿਹਦੀ ਉਹਦੀ ਆਮਦ ਹੋ ਜਾਏ। ਜਾਂ ਕੋ ਰੱਖ ਹੈ ਆਪਣੀ ਸ਼ਰਨਾਈ, ਸਾਚੇ ਲਾਗੈ ਸਾਚਾ ਫਲ ਪਾਈ। ਉਹ ਸੱਚ ਨਾਲ ਲੱਗ ਕੇ ਸੱਚ ਦਾ ਫਲ ਪ੍ਰਾਪਤ ਕਰ ਲੈਂਦਾ, ਤੇ ਸੱਚ ਦਾ ਫਲ ਇਹੀ ਹੈ ਕਿ ਅਸੀਂ ਸਚਿਆਰ ਹੋ ਜਾਂਦੇ ਹਾਂ। ਅਸੀਂ ਰੀਅਲਿਸਟਿਕ ਵੇ ਦੇ ਨਾਲ ਰਿਐਲਿਟੀ ਨੂੰ ਪਰਸੀਵ ਕਰਦੇ ਹਾਂ, ਉਹਦੇ 'ਚ ਜੀਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਨਾਲ ਆਤਮ ਸਾਧ ਹੁੰਦੇ ਹਾਂ। ਜਿਵੇਂ ਤੁਸੀਂ ਰਿਐਲਿਟੀ ਨੂੰ ਪਰਸੀਵ ਕਰਕੇ ਜੀਓਗੇ, ਫਿਰ ਚੀਟ ਨਹੀਂ ਕਰੋਗੇ, ਨਾ ਆਪਣੇ ਆਪ ਨੂੰ, ਨਾ ਆਲੇ ਦੁਆਲੇ। ਚੀਜ਼ਾਂ ਦੁੱਖ ਤਕਲੀਫਾਂ ਆਉਣਗੀਆਂ, ਉਹਨਾਂ ਦਾ ਅਹਿਸਾਸ ਕਰੋਗੇ, ਹਾਂ ਭਾਈ ਇਹ ਦੁੱਖ ਤਕਲੀਫਾਂ ਸਾਡੇ ਹੀ ਬੀਜੇ ਹੋਏ ਬੀਜ ਨੇ, ਇਹ ਸਾਡੇ ਹੀ ਕੀਤੇ ਹੋਏ ਕਰਮ ਨੇ, ਸਾਡੇ ਹੀ ਪੁਰਖਿਆਂ ਦੇ ਕੋਈ ਕੀਤੇ ਹੋਏ ਕਰਮਾਂ ਤੋਂ ਅਸੀਂ ਭੋਗ ਰਹੇ ਹਾਂ।
ਉਹਨਾਂ ਤੋਂ ਸਿੱਖਿਆ ਹੈ, ਉਹੋ ਜਿਹੇ ਕਰਮ ਹੁਣ ਅਸੀਂ ਨਹੀਂ ਕਰਾਂਗੇ, ਅਸੀਂ ਹੁਣ ਦਰੁਸਤਗੀ ਕਰਕੇ ਚੱਲਾਂਗੇ। ਉਹਦੀ ਬਾਤ ਗੁਰੂ ਮਹਾਰਾਜ ਨੇ ਕੀਤੀ। ਅਗਲਾ ਬਚਨ ਹੈ, ਇਹ ਆਕਾਰ ਤੇਰਾ ਹੈ ਧਾਰਾ। ਬਾਕੀ ਸਾਰਾ ਆਕਾਰ ਵਾਹਿਗੁਰੂ ਤੂੰ ਹੀ ਰੂਪ ਵਟਾਇਆ ਆਪਣਾ, ਕੋਈ ਬਾਹਰੋਂ ਤੇ ਆਇਆ ਨਹੀਂਗਾ। ਇਹ ਆਕਾਰ ਤੇਰਾ ਹੈ ਧਾਰਾ, ਖਿਨ ਮੈਂ ਬਿਰਸੈ ਕਰਤ ਨਾ ਲਾਗੈ ਬਾਰਾ। ਖਿਨ ਮੈਂ ਬਿਰਸੈ ਕਰਤ ਨਾ ਲਾਗੈ ਬਾਰਾ। ਨਾ ਇਹਨੂੰ ਮਟੇਣ ਲੱਗਿਆ ਦੇਰੀ ਲਾਉਂਦਾ ਉਹ, ਨਾ ਇਹਨੂੰ ਸਿਰਜਣ ਲੱਗਿਆ ਦੇਰੀ ਲਾਉਂਦਾ ਆ। ਬੜੀ ਆਈਡੀਆ ਗੱਲ ਹੈ, ਬੜੇ ਦਾਰਸ਼ਨਿਕ ਵੇ ਨਾਲ ਬਾਤ ਕੀਤੀ ਗਈ ਹੈ। ਬੰਦੇ ਦੇ ਡਿੱਗਣ ਲੱਗਿਆਂ ਵੀ ਦੇਰ ਨਹੀਂ ਲੱਗਦੀ, ਬੰਦੇ ਦੇ ਉਸਰਨ ਲੱਗਿਆਂ ਵੀ ਦੇਰ ਨਹੀਂ ਲੱਗਦੀ। ਇੱਕ ਹੀ ਥਾਟ ਆ, ਉਹ ਆਇਆ, ਉਹਨੇ ਕਿਹਾ ਜੀ ਸਭ ਖਤਮ ਹੈ, ਬਰਬਾਦ ਹੈ। ਇੱਕ ਹੀ ਥਾਟ ਆਇਆ, ਉਹਨੇ ਕਿਹਾ ਸਭ ਖੜਾ ਹੋ ਗਿਆ, ਵਾਹਿਗੁਰੂ ਅੰਗ ਸੰਗ, ਕੋਈ ਗੱਲ ਹੀ ਨਹੀਂ। ਇਹ ਇੰਨੀ ਕੀ ਬਾਤ ਹੈ ਸਾਰੀ। ਉਹ ਨਾ ਉਸਾਰਦਿਆਂ ਦੇਰ ਲਾਉਂਦਾ, ਨਾ ਢਾਉਂਦਿਆਂ ਦੇਰ ਲਾਉਂਦਾ। ਮਹਾਰਾਜ ਬਿਆਨ ਕਰਦੇ, ਇਹ ਆਕਾਰ ਤੇਰਾ ਹੈ ਧਾਰਾ, ਖਿਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ। ਕਰ ਪ੍ਰਸਾਦ ਇੱਕ ਖੇਲ ਦਿਖਾਇਆ ਹੈ, ਖੇਡ ਹੈ ਸਾਰੀ, ਇਹ ਤਮਾਸ਼ਾ ਹੀ ਹੈ, ਉਸ ਤੋਂ ਬਾਅਦ ਕੁਛ ਨਹੀਂ ਗਾ। ਗੁਰੂ ਬਾਬਾ ਜੀ ਕਹਿੰਦੇ, ਤੂੰ ਤਰਸ ਕੀਤਾ ਮੇਰੇ ਤੇ, ਪ੍ਰਸਾਦ ਤੂੰ ਮੈਨੂੰ ਨਵਾਜ਼ ਦਿੱਤਾ। ਨਹੀਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਕੜ ਕੇ ਬੰਦਾ ਬਸ ਆਪਣੀ ਸੋਚ ਦੇ ਵਿੱਚ ਹੀ ਗਵਾਚ ਕੇ ਰਹਿ ਜਾਂਦਾ। ਇਹਦੇ ਬਾਬਤ ਕਦੀ ਬੜੇ ਦਾਨਿਸ਼ਮੰਦ ਨੇ ਲਿਖਿਆ, ਕਹਿੰਦਾ ਕਭੀ ਮੇਰੀ ਨਿਗਾਹ ਤੇਜ ਤੀਰ ਚੀਰ ਗਈ ਦਿਲੇ ਵਜੂਦ। ਕਿਤੇ ਨਾ ਸਾਡੇ ਕੋਲ ਐਡੀ ਬਰੀਕ ਬੁੱਧੀ ਹੁੰਦੀ ਹੈ, ਛੋਟੀ ਤੋਂ ਛੋਟੀ ਚੀਜ਼ ਨੂੰ ਬੜੀ ਸਿਆਣਪ ਨਾਲ ਸਮਝ ਲੈਂਦੇ ਆ। ਤੇ ਕਿਤੇ ਐਸਾ ਕੰਮ ਵੀ ਹੁੰਦਾ ਆ, ਕਹੀਂ ਮੇਰੀ ਨਿਗਾਹ ਤੇਜ ਤੀਰ ਚੀਰ ਗਈ ਦਿਲੇ ਵਜੂਦ, ਕਹੀਂ ਉਲਝ ਕੇ ਰਹਿ ਗਈ ਆਪਣੇ ਹੀ ਤਬਾਹ ਮਾਤ ਮੇਂ। ਕਦੇ ਹੀ ਆਪਣੇ ਹੀ ਤਬਾਹ ਮਾਤ 'ਚ ਮੈਂ ਉਲਝ ਕੇ ਰਹਿ ਜਾਂਦਾ ਵਾਂ। ਮਤਲਬ ਕੋਈ ਛੋਟਾ ਜਿਹਾ ਘਟਨਾਕ੍ਰਮ ਮੈਨੂੰ ਐਸਾ ਉਲਝਾਉਂਦਾ ਆ, ਤੇ ਉਹਦੇ 'ਚ ਉਲਝ ਕੇ ਮੈਨੂੰ ਉਹੀ ਚੀਜ਼ ਨਹੀਂ ਸਮਝ ਆਉਂਦੀ। ਮੋਸਟਲੀ ਆਪਾਂ ਘਰਾਂ ਥਾਵਾਂ 'ਤੇ ਦੇਖੀਏ ਨਾ, ਤੇ ਰੋਜ਼ਮर्रा ਦੇ ਛੋਟੇ ਛੋਟੇ ਝਗੜੇ ਕਲੇਸ਼, ਇੱਕ ਦਾ ਦੂਜੇ ਨੂੰ ਕੁਝ ਕਹਿਣਾ, ਪਹਿਲੇ ਦਾ ਦੂਜੇ ਨੂੰ ਕੁਝ ਸੁਣਨਾ, ਇਸ ਰੂਪ ਦੇ 'ਚ ਇਹਨੂੰ ਹੀ ਅਸੀਂ ਬੜਾ ਵੱਡਾ ਆਪਣੇ ਸਿਰ ਦਾ ਪਹਾੜ ਬਣਾ ਕੇ ਤੁਰੇ ਫਿਰਦੇ ਹਾਂ। ਲੋਕੀ ਕਈ ਵਾਰੀ ਕਹਿਣਗੇ, ਪਤਾ ਨਹੀਂ ਸਾਡੇ ਘਰ ਦੇ ਵਿੱਚ ਤੇ ਸਾੜ ਸਦੀ ਵਾਪਰਦੀ ਹੈ, ਆਹ ਹੋ ਰਿਹਾ, ਬੜੀ ਮੁਸ਼ਕਿਲ ਹੈ ਜੀ। ਅੱਛਾ ਮੁਸ਼ਕਿਲ ਹੈ, ਠੀਕ ਹੈ, ਤੁਹਾਨੂੰ ਸਵੇਰੇ ਬ੍ਰੇਕਫਾਸਟ ਕਰਨ ਨੂੰ ਨਹੀਂ ਮਿਲਦਾ ਉਹਨਾਂ, ਨਹੀਂ ਭਾਈ ਸਾਹਿਬ ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ ਬੱਚਿਆਂ ਨੂੰ ਕੱਪੜੇ ਨਹੀਂ ਪਾਉਣ ਨੂੰ ਮਿਲਦੇ ਉਹਨਾਂ, ਨਹੀਂ ਭਾਈ ਸਾਹਿਬ ਇਹੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ ਕੰਮਕਾਰ ਕੋਈ ਨਾ, ਨਹੀਂ ਕਿਹੜੀ ਗੱਲਾਂ ਕਰਦੇ ਹੋ, ਸਭ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ। ਅੱਛਾ ਫਿਰ ਇਸ ਤਰ੍ਹਾਂ ਹੋਣਾ, ਕੋਈ ਕਰਜ਼ਾ ਬੜਾ ਚੜਿਆ ਹੋਣਾ, ਲੈਣ ਦੇਣ ਦਾ ਬੜਾ ਮਸਲਾ, ਨਹੀਂ ਭਾਈ ਸਾਹਿਬ ਐਸਾ ਕੁਛ ਨਹੀਂ ਗਾ, ਸਾਰੀ ਮਾਇਆ ਦੀ ਰੇਲ ਪੇਲੇ, ਫਿਰ ਕੀ ਮੁਸੀਬਤ ਹੈ। ਹਾਂ ਕहीं मेरी निगाह तेज उलझ गई अपने ही तबाह मात में, अपनी तबाह मात च उलझ गई। मतलब बिना वजह ऐसिया कैलकुलेशंस ने जिहड़ियां समझ आ के भी समझ नहीं आ रही। ये तमाशा है जी। कभी भी कोई आइडियलिस्टिक वे दे नाल बंदा कहे एग्जैक्टली जिवें मैं सोचदा है, परिवार दे पंजे जी इक्को लाइन च उवें सोचणगे, एक कहेगा दूजा उन्होंने हाँ जी कहेगा, तीजा उन्होंने होर प्यार ना बोलेगा, क्या आइडियल चीज़ां होणगियां। भाई इस तरह नहीं चलता है। ये समझ आए तां जानो बंदे नूं लगे भी हाँ हुण तमाशा समझ आ गया, एवें ही चलेगा। इत्थे कोई रुस्सेगा, कोई मन्नेगा, कोई झगड़ा करेगा, यही तो संसार है सारा। बाबा जी बयान करते हुण होया कि कर प्रसाद तरस कीता, एक खेल दिखाया, उन्हें आ खेड विखा दी, उन्हें दर्शा दिता सारे का सारा। क्या गुर कृपा ते परम पद पाया, परम पदवी प्राप्त हो गई गुरु की कृपा नाल। ये परम पदवी माफ़ी मंगांगा, सानू कई बार ये प्रवृत्ति बन गई है, असी कुछ खास किस्म की, जिवें हिटलर की गल की ना, उहदे ऑपोजिट कह लो, कोई देवता बना के पूजण की आदत पै गई सानू। असी देवते लभदे, असी कहने बिल्कुल जिहदे च कोई कमी खामी ना, एवें दा कोई बंदा लभे उहनूं महापुरख कहांगे, उहदी पूजा करांगे। गुरमत सकूल कहता ना, असी सारे मनुख ऑलमोस्ट इक्को ਜਿਹੇ ਆ, ਭੁੱਲਣ ਦੇ ਵਰਤਾਰੇ 'ਚ ਹੀ ਰਹਿੰਦੇ ਆ। ਜਿਹੜਾ ਭੁੱਲਣ ਤੋਂ ਬਿਲਕੁਲ ਬਾਹਰ ਆ ਉਹ ਰੱਬ ਤੇ ਰੱਬ ਦਾ ਵਰਸਾਇਆ ਗੁਰ ਆ, ਹੋਰ ਕੁਛ ਨਹੀਂ ਹੈ। ਅਸੀਂ ਬਚਨ ਪੜ੍ਹਦੇ ਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਭਾਈ ਫਿਰ ਪੂਜਨਿਕ ਤੇ ਉਹੀ ਹੈ। ਹਾਂ ਪਰਮ ਪਦਵੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਸਾਰੇ ਵਿੱਚ ਰਹਿੰਦਿਆਂ ਹੋਇਆਂ। ਗਲਤੀਆਂ ਗੁਸਤਾਖੀਆਂ ਖੁਦ ਵੀ ਕਰਾਂਗੇ, ਆਲਾ ਦੁਆਲਾ ਵੀ ਕਰੇਗਾ, ਸਮਝਾਂਗੇ, ਸਮਝ ਕੇ ਅੱਜ ਨਾਲੋਂ ਕੱਲ ਭਲਾ ਕਰਨ ਵਾਸਤੇ ਵਧਾਂਗੇ। ਇਹੀ ਗੁਰਮਤਿ ਹੈ, ਇਹ ਪਰਮ ਪਦਵੀ ਹੈ। ਮਹਾਰਾਜ ਬਿਆਨ ਕਰਦੇ, ਗੁਰ ਕਿਰਪਾ ਤੇ ਪਰਮ ਪਦ ਪਾਇਆ, ਕਹਿਤ ਨਾਨਕ ਮਾਰ ਜਿਵਾਲੇ ਸੋਏ। ਇਹ ਨਾਨਕ ਗੱਲ ਕਹਿ, ਮਾਰਨ ਜਿਵਾਲਣ ਵਾਲਾ ਉਹੀ ਹੈ। ਸਰੀਰ ਦਾ ਬਿਨਸਨਾ ਬਾਣੀ ਮੌਤ ਨਹੀਂ ਕਹਿੰਦੀ।
ਬਾਣੀ ਕਹਿੰਦੀ ਹੈ ਤੱਤਾਂ ਦਾ ਜੁੜਾ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਤੱਤਾਂ ਦਾ ਸੰਯੋਗ ਸਮਹਾਉ, ਜਿਹਨੂੰ ਅਸੀਂ ਐਵੋਲੂਸ਼ਨ ਕਹਿੰਦੇ ਆ, ਇਵੋਲਵ ਹੋ ਗਏ 5 ਐਲੀਮੈਂਟਸ, ਜੀਵਨ ਚੱਲ ਗਿਆ, ਡਿਸਮੈਂਟਲ ਹੋ ਗਏ 5 ਐਲੀਮੈਂਟ, ਇਹ ਰੂਪ ਨਾ ਰਿਹਾ, ਰੂਪ ਵਟਾ ਲਏ। ਜਿਹੜਾ ਜਿਉਣਾ ਮਰਨਾ ਹੈ ਉਹ ਆਤਮਿਕ ਤੌਰ ਤੇ ਹੈ, ਉਹ ਆਤਮਿਕ ਤੌਰ ਤੇ ਜਿਵਾ ਵੀ ਦਿੰਦਾ, ਮਾਰ ਵੀ ਦਿੰਦਾ। ਇੱਕ ਬੰਦਾ ਆਇਆ ਆਤਮਿਕ ਤੌਰ ਤੇ ਸੋਝੀ ਆ ਗਈ, ਉਹ ਕਹਿੰਦਾ ਇੱਕੋ ਹੀ ਪ੍ਰੇਰ ਆ, ਪ੍ਰਾਰਥਨਾ ਰਾਤ ਦਿਨ, ਬਾਬਾ ਤਰਸ ਕਰੀ, ਦੁਨੀਆ ਦਾ ਕੋਈ ਬੁਰਾ ਕੰਮ ਨਾ ਕਰਾਈ। ਆਤਮਿਕ ਤੌਰ ਤੇ ਜਾਗਰਤੀ ਆ ਗਈ। ਇੱਕ ਬੰਦਾ ਆਇਆ, ਉਹ ਰਾਤ ਦਿਨ ਹੋਈ ਕਹਿੰਦਾ ਵੀ ਕਿਤੇ ਦਾ ਲੱਗੇ ਤੇ ਫਿਰ ਮੈਂ ਦੱਸਾਂ ਮੈਂ ਕਿੰਨਾ ਬੁਰਾ ਹਾਂ। ਆਤਮਿਕ ਤੌਰ ਤੇ ਮਰ ਗਿਆ ਆ, ਉਹਨੂੰ ਪਤਾ ਹੀ ਨਹੀਂਗਾ ਉਹ ਮੰਗ ਕੀ ਰਿਹਾ ਆ। ਮਹਾਰਾਜ ਬਿਆਨ ਕਰਦੇ ਹੈ ਉਹਦਾ ਵਰਤਾਰਾ ਸਾਰਾ, ਕਿਆ ਕਹਿਤ ਨਾਨਕ ਮਾਰ ਜਿਵਾਲੇ ਸੋਏ, ਐਸਾ ਬੂਝੋ ਭਰਮ ਨਾ ਭੂਲੋ ਹੋਏ। ਇਸ ਨੂੰ ਇਸ ਰੂਪ ਵਿੱਚ ਬੁੱਝੋ, ਆ ਬੁਝਾਰਤ, ਇਹਨੂੰ ਸਾਹਿਬ ਨੇ ਕਿਹਾ ਵੀ ਜੇ ਕੋ ਬੁਝਿਆ ਹੋਵੇ ਸਚਿਆਰ, ਜਿਹਨੂੰ ਕਿਹਾ ਹੁਕਮ ਦੀ ਖੇਡ ਆਪਾਂ ਜਪਜੀ ਸਾਹਿਬ ਚ ਪੜ੍ਹ ਰਹੇ ਸੀ ਨਾ, ਬਾਣੀ ਬਿਲਕੁਲ ਇੱਕੋ ਸੂਤਰ ਚ ਲਾਏ ਨੇ ਸਾਰੇ ਦੇ ਸਾਰੇ। ਮਹਾਰਾਜ ਬਿਆਨ ਕਰਦੇ ਕਿ ਨਾਨਕ ਹੁਕਮੈ ਜੇ ਬੁਝੈ, ਜਦੋਂ ਇਹ ਬੁਝਾਰਤ ਬੁੱਝੀ ਜਾਂਦੀ, ਬਚਨ ਆਇਆ ਇੱਥੇ ਐਸਾ ਬੁਝੋ ਭਰਮ ਨਾ ਭੂਲੋ ਹੋਏ। ਕੋਈ ਬੰਦਾ ਕਿਸੇ ਭਰਮ ਭੁਲੇਖੇ ਚ ਨਾ ਰਿਹਾ ਜੇ, ਇਹਨੂੰ ਇਸ ਬੁਝਾਰਤ ਨੂੰ ਇਸੇ ਰੂਪ ਵਿੱਚ ਬੁੱਝਣ ਦੀ ਕੋਸ਼ਿਸ਼ ਕਰੋ। ਸਾਹਿਬ ਮਿਹਰਾਮਤ ਕਰਨ, ਇਹਨਾਂ ਆਲਮੀ ਇਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ, ਇਹ ਦਿਲੀ ਅਰਦਾਸ ਆ। ਇੰਨੀਆਂ ਬੇਨਤੀਆਂ ਨਾਲ ਖਿਮਾ ਚਾਹਾਂਗਾ, ਭੁੱਲਾਂ ਗਲਤੀਆਂ ਨਾ ਤਾਰਨੀਆਂ। ਭਾਈ ਸਾਹਿਬ ਸਮਾਪਨ ਕਰਾਉਂਦੇ ਨੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਬਾਣਾ ਦੀ ਜਾਣਾ ਦੇਖੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ।